ਬੱਚੇ ਸਿੰਪਲ ਫਰੂਟ ਤੋਂ ਬਾਅਦ ਸਿੰਪਲ ਫਰੂਟ ਡਰਾਈ ਫਰੂਟ ਵੀ ਹੋ ਚੁੱਕੇ ਆ, ਫਲੈਸ਼ੀ ਫਰੂਟਸ ਵੀ ਹੋ ਚੁੱਕੇ ਆ ਨਾ। ਉਹਦੇ ਤੋਂ ਬਾਅਦ ਤੁਹਾਡੇ ਕੋਲ ਆ ਗਏ ਐਗਰੀਗੇਟ ਫਰੂਟਸ ਐਂਡ ਮਲਟੀਪਲ ਫਰੂਟਸ ਆ ਗਏ, ਜਿਨ੍ਹਾਂ ਨੂੰ ਅਸੀਂ ਕੰਪੋਜ਼ਿਟ ਫਰੂਟਸ ਵੀ ਕਹਿੰਦੇ ਆ, ਹੈ ਨਾ। ਐਗਰੀਗੇਟ ਨਾਮ ਤੋਂ ਪਤਾ ਲੱਗਦਾ ਪਿਆ, ਐਗਰੀਗੇਟ ਦਾ ਮਤਲਬ ਇੱਕ ਇਕੱਠ। ਇਹ ਫਰੂਟ ਮਲਟੀ ਕਾਰਪਿਲਰੀ ਐਪੋਕਾਰਪਸ ਓਵਰੀ ਤੋਂ ਡਿਵੈਲਪ ਕਰਦੇ ਆ, ਕਿ ਓਵਰੀ ਦੇ ਅੰਦਰ ਫ੍ਰੀ ਕਾਰਪਸ ਬਹੁਤ ਸਾਰੇ ਪਏ ਹੁੰਦੇ ਆ, ਉੱਥੋਂ ਬਣੇ। ਇਸੇ ਕਰਕੇ ਨਾ ਐਗਰੀਗੇਟ ਦੇ ਲਈ ਅਸੀਂ ਇੱਥੇ ਹੁਣ ਸ਼ਬਦ ਯੂਜ਼ ਕਰਨਾ ਐਟੀਰੀਓ, ਠੀਕ ਹੈ। ਸੋ ਐਟੀਰੀਓ ਸ਼ਬਦ ਐਗਰੀਗੇਟ ਦੇ ਲਈ ਯੂਜ਼ ਕੀਤਾ ਜਾਂਦਾ ਫਰੂਟਲੈਟਸ ਦੇ ਲਈ। ਸੋ ਜੋ ਪਿੱਛੇ ਤੁਸੀਂ ਫਰੂਟਸ ਪੜ੍ਹੇ ਆ ਨਾ, ਫਲੈਸ਼ੀ ਫਰੂਟਸ, ਫੋਲੀਕਲਸ, ਐਕਨੀ, ਡਰੂਪਸ, ਉਹੀ ਇੱਥੇ ਹੁਣ ਅਸੀਂ ਕਹਿ ਦੇਣਾ ਐਟੀਰੀਓ ਆਫ ਫੋਲੀਕਲ, ਐਟੀਰੀਓ ਆਫ ਐਕਨੀ, ਐਟੀਰੀਓ ਆਫ ਡਰੂਪਸ, ਐਟੀਰੀਓ ਆਫ ਬੇਰੀਜ਼, ਹੈ ਨਾ। ਆ ਜਿਹੜੇ ਆਪਾਂ ਫਰੂਟ ਜਿਹੜੇ ਸਾਰੇ ਫਲੈਸ਼ੀ ਫਰੂਟਸ ਪੜ੍ਹੇ ਆ, ਉਹਨਾਂ ਦੇ ਅੱਗੇ ਅਸੀਂ ਐਟੀਰੀਓ ਵਰਡ ਲਾ ਦੇਣਾ, ਮੀਨਸ ਕਿ ਇਹ ਜ਼ਿਆਦਾ ਕਾਰਪਲਸ ਤੋਂ ਬਣੇ ਹੈ, ਠੀਕ ਹੈ। ਸੋ ਫੋਲੀਕਲਸ ਦੇ ਵਿੱਚ ਕੀ ਹੈਗਾ, ਹਰ ਇੱਕ ਕਾਰਪਲ ਜਿਹੜਾ ਹੈਗਾ ਐਕੋਕਾਰਪਸ ਓਵਰੀ ਦਾ, ਉਹ ਫੋਲੀਕਲ ਫਰੂਟ ਬਣਾ ਦੇਗਾ, ਠੀਕ ਹੈ। ਥੈਲਮਸ ਦੇ ਉੱਪਰ ਅਰੇਂਜਡ ਹੁੰਦੇ ਆ। ਇਹਦੇ ਲਈ ਤੁਹਾਨੂੰ ਡਾਇਗਰਾਮ ਜਿਹੜੀਆਂ ਹੈਗੀਆਂ ਇਸ ਕਾਈਲੋਟ੍ਰੋਪਸ ਦੇ ਵਿੱਚ ਆ ਫੋਲੀਕਲਸ ਬਣਦੀਆਂ। ਅੱਕ ਪਲਾਂਟ ਮੈਂ ਤੁਹਾਨੂੰ ਦੱਸਿਆ ਨਾ, ਠੀਕ ਹੈ, ਛੋਟਾ ਜਿਹਾ ਪਲਾਂਟ ਹੁੰਦਾ। ਸੋ ਇਹਦੇ ਵਿੱਚ ਇਸ ਤਰੀਕੇ ਦਾ ਫਰੂਟ ਬਣਦਾ, ਐਗਰੀਗੇਟ ਫਰੂਟ, ਓਕੇ। ਬਹੁਤ ਸਾਰੇ ਕਾਰਪਲਸ ਮਿਲੇ ਹੋਏ ਆ ਦੇਖੋ ਇੱਥੇ ਸੀਡਸ, ਇੱਥੇ ਤੁਹਾਨੂੰ ਇੱਕ ਸਲਿੱਟ ਬਣ ਜਾਂਦੀ ਹੈ ਫਰੂਟ ਦੇ ਉੱਪਰ, ਇੱਥੋਂ ਤੇ ਤੁਹਾਨੂੰ ਸੀਡਸ ਨਜ਼ਰ ਆਉਣਗੇ। ਸੋ ਇੱਦਾਂ ਦੀਆਂ ਹੁੰਦੀਆਂ ਫੋਲੀਕਲਸ। ਐਕਨੀ, ਬਹੁਤ ਸਾਰੀਆਂ ਐਕਨੀਜ਼ ਦਾ ਐਗਰੀਗੇਟ ਹੈਗਾ, ਠੀਕ ਹੈ। ਸੋ ਇਹਦੇ ਵਿੱਚ ਕੀ ਹੈਗਾ ਕਿ ਫਰੂਟਲੈਟਸ ਜਿਹੜੇ ਹੈਗੇ ਆ ਖਿਲਰੇ ਪਏ ਹੁੰਦੇ ਆ, ਬਹੁਤ ਜ਼ਿਆਦਾ ਫਲੈਸ਼ੀ ਥੈਲਮਸ ਦੇ ਉੱਪਰ ਕੀ ਹੈ ਖਿਲਰੇ ਹੋਣਗੇ, ਜਿਵੇਂ ਗੁਲਾਬ ਦੇ ਫੁੱਲ ਦੇ ਵਿੱਚ ਇਸ ਤਰੀਕੇ ਦੇ ਨਾਲ ਹੁੰਦਾ, ਠੀਕ ਹੈ, ਨੋਲੰਬੀਅਮ, ਹੈ ਨਾ। ਸੋ ਐਟੀਰੀਓ ਆਫ ਡਰੂਪਸ, ਬਹੁਤ ਸਾਰੀਆਂ ਡਰੂਪਸ ਐਗਰੀਗੇਟ ਹੋਈਆਂ, ਜਿਵੇਂ ਕਿ ਰਾਸਬੇਰੀ, ਓਕੇ, ਫਰੂਟ ਦੇ ਵਿੱਚ ਇਸ ਤਰੀਕੇ ਦੇ ਨਾਲ ਹੁੰਦਾ। ਬੇਰੀਜ਼, ਆਹ ਬੇਰੀ ਫਰੂਟ ਹੈਗਾ, ਜਿਵੇਂ ਕਿ ਤੁਹਾਨੂੰ ਟਮਾਟਰ ਦੇ ਵਿੱਚ ਦੱਸਿਆ ਸੀ, ਟਮਾਟਰ ਇਸ ਤਰ੍ਹਾਂ ਦਾ ਹੁੰਦਾ, ਠੀਕ ਹੈ। ਸੋ ਬਹੁਤ ਸਾਰੀਆਂ ਬੇਰੀਜ਼ ਜਿਹੜੀਆਂ ਹੈਗੀਆਂ ਨੇ ਇਕੱਠੀਆਂ ਹੋ ਜਾਂਦੀਆਂ ਥੈਲਮਸ ਦੇ ਉੱਪਰ, ਠੀਕ ਹੈ, ਸਿੰਗਲ ਫਰੂਟ ਬਣਾ ਦਿੰਦੀਆਂ, ਠੀਕ ਹੈ। ਕਸਟਰਡ ਐਪਲ ਇਹਦੀ ਐਗਜ਼ਾਮਪਲ ਹੈ। ਸੋ ਜ਼ਰੂਰੀ ਨਹੀਂ ਕਿ ਹਰ ਇੱਕ ਦੇ ਲਈ ਤੁਹਾਨੂੰ ਡਾਇਗਰਾਮਸ ਦਿੱਤੀਆਂ ਹੋਣ। ਮਲਟੀਪਲ ਜਾਂ ਕੰਪੋਜ਼ਿਟ ਫਰੂਟਸ ਦੇ ਵਿੱਚ ਕੀ ਹੈਗਾ, ਇਨਫਲੋਰੀਸੈਂਸ, ਕੰਪਲੀਟ ਇਨਫਲੋਰੀਸੈਂਸ ਜਿਹੜੀ ਹੈਗੀ ਉਹ ਫਰੂਟ ਬਣਾ ਦਿੰਦੀ, ਮੀਨਸ ਕਿ ਇਨਫਲੋਰੀਸੈਂਸ 'ਚ ਪਤਾ ਨਹੀਂ ਕਿੰਨੇ ਫਲਾਵਰ ਹੋ ਸਕਦੇ ਆ, ਉਹ ਸਾਰੇ ਹੀ ਮਿਲ ਕੇ ਫਰੂਟ ਬਣਾਉਂਦੇ ਆ, ਠੀਕ ਹੈ। ਸੋ ਕੰਪੋਜ਼ਿਟ ਫਰੂਟਸ ਜਿਹੜੇ ਮੀਨਸ ਅਸੀਂ ਇਹਦੇ 'ਚ ਕਹਾਂਗੇ ਫਿਊਜ਼ਨ। ਆ ਦੇਖੋ, ਦੇਖ ਕੇ ਪਤਾ ਲੱਗਦਾ ਪਿਆ ਕਿੰਨਾ ਕਿੰਨਾ ਵੱਡਾ ਸਾਈਜ਼ ਹੈਗਾ ਫਰੂਟਸ ਦਾ, ਹੈ ਨਾ। ਜੈਕ ਫਰੂਟ, ਪਾਈਨ ਐਪਲ, ਠੀਕ ਹੈ। ਸੋ ਕੰਪੋਜ਼ਿਟ ਫਰੂਟਸ ਹੈਗੇ, ਪੂਰੀ ਇਨਫਲੋਰੀਸੈਂਸ ਹੀ ਫਰੂਟ ਬਣ ਗਈ, ਕੋਈ ਇੱਕ ਫੁੱਲ ਨਹੀਂ, ਕੋਈ ਦੋ ਨਹੀਂ, ਹੈ ਨਾ, ਬਹੁਤ ਸਾਰੇ, ਓਕੇ। ਸਰੋਸਿਸ ਅਤੇ ਸਾਈਕੋਨਸ, ਇਹਦੇ 'ਚ ਸਰੋਸਿਸ ਅਤੇ ਸਾਈਕੋਨਸ ਆ ਜਾਂਦੇ ਆ, ਹੈ ਨਾ। ਸਰੋਸਿਸ ਇਹ ਇੰਟਾਇਰ ਇਨਫਲੋਰੀਸੈਂਸ ਤੋਂ ਬਣੇ ਆ, ਠੀਕ ਹੈ। ਸੋ ਜਿਹੜੀ ਕਿ ਸਪਾਈਕ ਵੀ ਹੋ ਸਕਦੀ ਆ, ਸਪੈਡਿਕਸ ਵੀ ਹੋ ਸਕਦੀ, ਹੁਣੇ ਤੁਹਾਨੂੰ ਸਾਰਾ ਪਤਾ ਸਪਾਈਕ ਇਨਫਲੋਰੀਸੈਂਸ ਕਿੱਦਾਂ ਦੀ ਹੈ, ਸਪੈਡਿਕ ਜਿਹੜੀ ਹੈ ਕਿਸ ਤਰੀਕੇ ਦੀ ਸੀਗੀ, ਹੈ ਨਾ, ਠੀਕ ਹੈ। ਸੋ ਪੇਰੀਐਂਥ ਦੇ ਦੁਆਰਾ ਫਲਾਵਰ ਜਿਹੜੇ ਹੈਗੇ ਇੱਕ ਦੂਜੇ ਦੇ ਨਾਲ ਫਿਊਜ਼ਡ ਹੁੰਦੇ ਆ, ਠੀਕ ਹੈ। ਸੋ ਇਹਦੇ ਵਿੱਚ ਕੀ ਹੈ, ਇਨਫਲੋਰੀਸੈਂਸ ਜਿਹੜਾ ਐਕਸਿਸ ਹੈ ਉਹ ਕਾਫੀ ਫਲੈਸ਼ੀ ਹੋ ਜਾਂਦਾ, ਠੀਕ ਹੈ, ਕੰਪੈਕਟ ਮਾਸ ਬਣਾ ਲੈਂਦਾ, ਪੂਰੇ ਤੋਂ ਪੂਰੀ ਫਲਾਵਰ ਹੈ ਇਹ ਪੂਰਾ, ਠੀਕ ਹੈ ਨਾ, ਇਨਫਲੋਰੀਸੈਂਸ ਹੈ ਪੂਰੀ, ਇਹਨੂੰ ਪੂਰਾ ਫਰੂਟ ਬਣ ਚੁੱਕਿਆ, ਫਲੈਸ਼ੀ ਫਰੂਟ। ਜਿਹੜਾ ਪਾਈਨਐਪਲ ਸਭ ਨੇ ਕੱਟ ਕੇ ਖਾਧਾ ਹੋਣਾ, ਹਰ ਇੱਕ ਪੋਰਸ਼ਨ ਅਸੀਂ ਇਹਦਾ ਖਾਂਦੇ ਹਾਂ, ਬਾਹਰ ਵਾਲੇ ਛਿਲਕੇ ਤਾਂ ਚਲੋ ਉਤਾਰਨੇ ਹੀ ਆ। ਸਾਈਕੋਨਸ, ਇਹਦੇ 'ਚ ਕੀ ਹੈ, ਠੀਕ ਹੈ, ਹਾਈਪਨਥੋਡੀਅਨ ਇਨਫਲੋਰੀਸੈਂਸ ਤੋਂ ਪੈਦਾ ਹੋਇਆ ਇਹ ਵਾਲਾ ਫਰੂਟ, ਇੰਨਾ ਹੀ ਇਹਦੇ 'ਚ ਦੱਸਿਆ ਗਿਆ। ਇਸ ਸੈਂਟਰ ਦੇ ਵਿੱਚ ਸੀਡਸ ਪ੍ਰੈਜ਼ੈਂਟ। ਹੁਣ ਹਾਈਪਨਥੋਡੀਅਮ ਇਨਫਲੋਰੀਸੈਂਸ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਬਸ ਉਹਦੇ ਤੋਂ ਪਤਾ ਲੱਗਣਾ ਤੁਹਾਨੂੰ, ਓਕੇ, ਫਰੂਟ ਕਿੱਦਾਂ ਦਾ, ਠੀਕ ਹੈ। ਸੋ ਸਿਗਨੀਫਿਕੈਂਸ ਕੀ ਹੈਗਾ ਫਰੂਟ ਫਾਰਮੇਸ਼ਨ ਦਾ, ਨੈਚੁਰਲੀ ਫਰੂਟ ਬਣ ਚੁੱਕਾ ਹੈ ਨਾ। ਸੋ ਅਸੀਂ ਕਿੰਨੇ ਖੁਸ਼ ਹੋ ਕੇ, ਮੈਨੂੰ ਲੱਗਦਾ ਕਿ ਹਰ ਕੋਈ ਫਰੂਟ ਨੂੰ ਖਾਂਦਾ ਹੋਏਗਾ। ਅੱਜ ਕੱਲ੍ਹ ਮੈਂਗੋ ਹੈ, ਕਿੰਨਾ ਟੇਸਟੀ ਫਰੂਟ ਹੈ ਨਾ। ਸੋ ਸ਼ੂਗਰ ਹੁੰਦੀ ਹੈ, ਲੈਕਟਿਕ ਆਰਗੈਨਿਕ ਐਸਿਡਸ ਵਗੈਰਾ, ਵਿਟਾਮਿਨਸ, ਮਿਨਰਲਸ, ਹੈ ਨਾ, ਪੈਕਟਿਨਸ ਵਗੈਰਾ ਪ੍ਰੈਜ਼ੈਂਟ ਹੁੰਦੀਆਂ ਨੇ ਨੈਚੁਰਲੀ। ਫਿਊਚਰ ਜਨਰੇਸ਼ਨ ਦੇ ਲਈ ਸਰਵਾਈਵਲ ਹੈ, ਐਨਰਜੀ ਦਾ ਬਹੁਤ ਵਧੀਆ ਸੋਰਸ ਹੈ, ਨਿਊਟਰੀਐਂਟਸ ਫਰੂਟਸ ਦੇ ਅੰਦਰ ਬਹੁਤ ਜ਼ਿਆਦਾ ਪ੍ਰੈਜ਼ੈਂਟ ਹੁੰਦੇ ਹੈ, ਹੈ ਨਾ, ਠੀਕ ਹੈ। ਸੋ ਫਰੂਟਸ ਜਿਹੜੇ ਹੈਗੇ ਸੈਕਸ਼ੂਅਲ ਰਿਪਰੋਡਕਸ਼ਨ ਤੋਂ ਪੈਦਾ ਹੋਏ ਫਲਾਵਰਿੰਗ ਪਲਾਂਟਸ ਦੇ ਵਿੱਚ, ਇਸ ਕਰਕੇ ਸੀਡਸ ਦੀ ਪ੍ਰੋਟੈਕਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਨਾ। ਅਨਫੇਵਰੇਬਲ ਕੰਡੀਸ਼ਨਸ ਦੇ ਵਿੱਚ ਵੀ ਫਰੂਟ ਸੀਡ ਨੂੰ ਪ੍ਰੋਟੈਕਟ ਕਰਕੇ ਰੱਖਦੇ ਆ। ਪਲਾਂਟ ਨਿਊਟ੍ਰੀਸ਼ੀਅਸ ਸਬਸਟੈਂਸ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਇਹਨਾਂ ਨੂੰ ਅਸੀਂ ਰਾਹ ਦਾ ਮਤਲਬ ਅਸੀਂ ਕੱਚਾ ਹੀ ਖਾਂਦੇ ਆ, ਫਰੂਟ ਨੂੰ ਥੋੜ੍ਹੀ ਅਸੀਂ ਪਕਾਉਂਦੇ ਆ, ਹੈ ਨਾ। ਨਿਊਟ੍ਰੀਸ਼ਨ ਵੈਲਿਊ ਦੇ ਕਰਕੇ ਇਹਨਾਂ ਦਾ ਟੇਸਟ ਹੈ, ਇਹਨਾਂ ਦੀ ਖੁਸ਼ਬੂ ਹੈ, ਫਲੇਵਰ ਹੈ ਇਹਨਾਂ ਦੇ ਵਿੱਚ, ਹੈ ਨਾ, ਠੀਕ ਹੈ। ਸੋ ਪੁਰਾਣੇ ਸਮੇਂ ਤੋਂ ਹਿਊਮਨ ਬੀਇੰਗਸ ਐਨੀਮਲਸ ਜਿਹੜੇ ਹੈਗੇ ਆ ਇਹਨਾਂ ਨੂੰ ਖਾਂਦੇ ਆ। ਤਾਂ ਨੈਚੁਰਲੀ ਹਿਊਮਨ ਬੀਇੰਗਸ ਐਨੀਮਲਸ ਜਿਹੜੇ ਇਹਨਾਂ ਦਾ ਸੀਡ ਡਿਸਪਰਸਲ ਵੀ ਕਰਦੇ, ਟੌਪਿਕ ਤੁਹਾਨੂੰ ਅੱਗੇ ਜਾ ਕੇ ਆਏਗਾ। ਯੰਗ ਫਰੂਟਸ ਗ੍ਰੀਨ ਹੁੰਦੇ ਆ ਕਲਰ ਦੇ ਵਿੱਚ, ਠੀਕ ਹੈ। ਸੋ ਇਮੈਚੋਰ ਜਿਹੜਾ ਡਿਵੈਲਪਿੰਗ ਸੀਡਸ ਹੈਗੇ ਆ, ਜੋ ਫੋਲੀਏਜ ਲੀਵਸ ਦੇ ਵਿੱਚ, ਲੀਵਸ ਤੁਹਾਨੂੰ ਪਤਾ ਹੀ ਹੈ ਨਾ, ਫੋਲੀਏਜ ਗ੍ਰੀਨ ਕਲਰ ਦੇ ਜਿਹੜੇ ਲੀਵਸ ਹੈਗੇ ਆ, ਇਮੈਚੋਰ ਡਿਵੈਲਪਿੰਗ ਸੀਡਸ ਜਿਹੜੇ ਹੈਗੇ ਆ ਉਹ ਕਈ ਵਾਰੀ ਫੋਲੀਏਜ ਲੀਵਸ ਦੇ ਵਿੱਚ ਹੀ ਛਿਪੇ ਰਹਿ ਜਾਂਦੇ ਆ, ਹੈ ਨਾ, ਠੀਕ ਹੈ। ਸੋ ਇਹ ਵਾਲੇ ਜਿਹੜੇ ਆ ਸੀਡਸ ਜਿਹੜੇ ਹੁੰਦੇ, ਕਈ ਵਾਰੀ ਇੱਦਾਂ ਦੇ ਫਰੂਟਸ ਜਿਹੜੇ ਹੈਗੇ ਆ ਉਹ ਟੇਸਟ ਦੇ ਵਿੱਚ ਬਿਟਰ ਹੋ ਸਕਦੇ, ਕਿਉਂਕਿ ਉਹਨਾਂ ਦੇ ਅੰਦਰ ਕੋਈ ਨਾ ਕੋਈ ਟੈਨਿਨਸ, ਲੇਟੈਕਸ ਜਾਂ ਫਿਰ ਐਸਟ੍ਰਿੰਜੈਂਟਸ, ਕੋਈ ਇੱਦਾਂ ਦੇ ਸਬਸਟੈਂਸਿਸ, ਖੱਟੇ ਐਸਿਡਸ ਜਿਹੜੇ ਹੈਗੇ ਆ ਹੋ ਸਕਦੇ ਆ, ਠੀਕ ਹੈ। ਸੋ ਪਰ ਇਹ ਐਨੀਮਲਸ ਦੇ ਲਈ ਡਿਫੈਂਸ ਦਾ ਕੰਮ ਕਰਦੇ ਆ ਕੈਮੀਕਲਸ, ਹੈ ਨਾ।
ਗਾਰਡਨ ਦੇ ਫਰੂਟਸ ਨੂੰ ਇਹ ਜਾਨਵਰ ਨਸ਼ਟ ਨਹੀਂ ਕਰ ਪਾਉਣਗੇ। ਜਿਹੜੇ ਫਰੂਟਸ ਜਿਹੜੇ ਆ ਜ਼ਿਆਦਾ ਕਰਕੇ ਗ੍ਰੀਨ ਹੁੰਦੇ ਆ ਅਤੇ ਉਹਨਾਂ ਦੇ ਵਿੱਚ ਕੈਮੀਕਲਸ ਪ੍ਰੈਜ਼ੈਂਟ ਹੁੰਦੇ। ਕੁਛ ਡਰਾਈਡ ਹੀਸੈਂਟ ਫਰੂਟਸ ਜਿਹੜੇ ਆ ਸੀਡ ਡਿਸਪਰਸਰ ਕਰ ਦਿੰਦੇ। ਐਕਸਪਲੋਜ਼ਨ ਮੈਕੈਨਿਜ਼ਮ ਦੌਰਾਨ ਫਰੂਟ ਇੱਕਦਮ ਫਟ ਜਾਂਦਾ ਹੈ ਨਾ ਡਰਾਈ ਹੋ ਕੇ, ਤਾਂ ਸੀਡਸ ਦੂਰ ਦੂਰ ਤੱਕ ਚਲੇ ਜਾਂਦੇ ਆ। ਸੋ ਇਹ ਫਰੂਟ ਦਾ ਸਿਗਨੀਫਿਕੈਂਸ ਹੈ। ਸੋ ਜ਼ਿਆਦਾ ਅਸੀਂ ਦੇਖ ਰਹੇ ਹਾਂ ਕਿ ਸੀਡ ਡਿਸਪਰਸਲ ਦੇ ਵਿੱਚ ਜ਼ਿਆਦਾ ਰੋਲ ਹੈ। ਸੋ ਸੀਡਸ ਪਤਾ ਤੁਹਾਨੂੰ ਅਵਿਊਲ ਜਿਹੜਾ ਸੀਗਾ, ਠੀਕ ਹੈ, ਤਾਂ ਤੁਹਾਨੂੰ ਯਾਦ ਹੈ ਕਿ ਮੈਂ ਇੱਕ ਕੁਐਸਚਨ ਵੀ ਤੁਹਾਨੂੰ ਭੇਜਿਆ ਹੋਇਆ ਅਵਿਊਲ ਦੇ ਪਾਰਟਸ ਵਾਲਾ। ਇੱਦਾਂ ਕਰਕੇ ਡਾਇਗਰਾਮ ਬਣਾਉਣੀ ਹੈ, ਇੰਟੈਗੂਮੈਂਟਸ ਬਣਾਉਣੀ ਹੈ, ਉਹਦੀ ਫਿਊਨੀਕਲ ਬਣਾਉਣੀ ਹੈ। ਅਵਿਊਲ ਹੁਣ ਸੀਡ ਬਣ ਚੁੱਕਾ, ਠੀਕ ਹੈ। ਸੋ ਹਰ ਇੱਕ ਸੀਡ ਜਿਹੜਾ ਉਹਦੇ ਆਲੇ ਦੁਆਲੇ ਕਵਰਿੰਗ ਪ੍ਰੈਜ਼ੈਂਟ ਹੁੰਦੀ, ਜਿਹਨੂੰ ਕਿ ਅਸੀਂ ਸੀਡ ਕੋਟ ਕਹਿੰਦੇ ਆ ਨਾ। ਸੀਡ ਕੋਟ ਦੀਆਂ 2 ਲੇਅਰਸ ਹੁੰਦੀਆਂ ਨੇ। ਬਾਹਰ ਵਾਲੀ ਸੀਡ ਕੋਟ ਨੂੰ ਟੈਸਟਾ ਕਹਿੰਦੇ, ਅਦਰ ਵਾਲੀ ਨੂੰ ਅਸੀਂ ਟੈਗਮਨ ਕਹਿੰਦੇ ਹਾਂ, ਠੀਕ ਹੈ। ਸੋ ਟੈਸਟਾ ਜਿਹੜੀ ਹੈਗੀ ਹੈ ਹਾਰਡ ਲੈਦਰੀ ਹੁੰਦੀ ਹੈ, ਜਦ ਕਿ ਟੈਗਮਨ ਜਿਹੜੀ ਹੁੰਦੀ ਹੈ ਪਤਲੀ ਮੈਂਬਰੇਨਸ ਹੁੰਦੀ ਹੈ, ਹੈ ਨਾ। ਟੈਸਟਾ ਅਤੇ ਟੈਗਮਨ ਕਈ ਵਾਰੀ ਬਹੁਤ ਜ਼ਿਆਦਾ ਫਿਊਜ਼ਡ ਹੁੰਦੀਆਂ ਨੇ। ਬਾਹਰ ਵਾਲਾ ਜਿਹੜਾ ਸਰਫੇਸ ਹੈਗਾ ਸੀਡ ਨੂੰ, ਹੁਣ ਜਦੋਂ ਅਵਿਊਲ ਤੋਂ ਬਣੇ ਨਾ ਸੀਡ, ਬਾਹਰ ਕੀ ਹੈ ਸੀਡ ਦੇ ਉੱਤੇ ਤੁਹਾਨੂੰ ਅਵਿਊਲ ਦੇ ਕੁਝ ਪਾਰਟਸ ਨਜ਼ਰ ਦੇਖਣ ਨੂੰ ਮਿਲਣਗੇ। ਹੁਣ ਹਾਈਲਮ ਸੀ, ਹਾਈਲਮ ਮੈਨੂੰ ਲੱਗਦਾ ਕਿ ਯਾਦ ਹੈ ਕਿ ਨਹੀਂ, ਜਿੱਥੇ ਅਵਿਊਲ ਦੀ ਡੰਡੀ ਅਤੇ ਅਵਿਊਲ ਦੀ ਬੋਡੀ ਇੱਕ ਦੂਸਰੇ ਨਾਲ ਜੁੜੇ ਸੀ, ਉਸ ਪੁਆਇੰਟ ਨੂੰ ਹਾਈਲਮ ਕਹਿੰਦੇ ਸੀ। ਉਹ ਵੀ ਤੁਹਾਨੂੰ ਮਾਰਕ ਸੀਡ ਦੇ ਵਿੱਚ ਦੇਖਣ ਨੂੰ ਮਿਲੇਗਾ। ਛੋਟੀ ਜਿਹੀ ਪੋਰ ਯਾਦ ਹੈ ਜਿੱਥੋਂ ਦੀ ਪੋਲਨ ਟਿਊਬ ਐਂਟਰ ਕਰਦੀ ਸੀ, ਮਾਈਕਰੋਪਾਈਲ, ਠੀਕ ਹੈ। ਸੋ ਉਹ ਵੀ ਤੁਹਾਨੂੰ ਛੋਟੀ ਜਿਹੀ ਪੋਰ ਸੀਡ ਦੇ ਉੱਤੇ ਦਿਖਾਈ ਦੇਗੀ। ਜਿੱਥੋਂ ਦੀ ਕਿ ਸੀਡ ਕੋਡਸ ਸੀਡ ਦੇ ਉੱਪਰ ਸ਼ੁਰੂ ਹੋਣੀਆਂ, ਹੈ ਨਾ, ਠੀਕ ਹੈ। ਉਹ ਕਿਹੜਾ ਐਂਡ ਹੋ ਜਾਂਦਾ, ਜਿਵੇਂ ਕਿ ਅਵਿਊਲ ਦਾ ਉਹ ਐਂਡ ਜਿੱਥੋਂ ਕਿ ਇੰਟੈਗੂਮੈਂਟਸ ਸ਼ੁਰੂ ਹੋਈਆਂ ਸੀ, ਹੈ ਨਾ। ਇੰਟੈਗੂਮੈਂਟਸ ਨੂੰ ਅਸੀਂ ਹੁਣ ਸੀਡ ਕੋਡਸ ਕਹਿ ਦੇਣਾ ਨਾ, ਉਹ ਸੀਡ ਕੋਡ ਬਣ ਜਾਣੀਆਂ। ਤਾਂ ਉਸ ਪੁਆਇੰਟ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਚੈਲੇਜਲ ਐਂਡ ਕਹਿ ਦਿੰਦੇ ਹਾਂ, ਹੈ ਨਾ, ਠੀਕ ਹੈ। ਸੋ ਫਿਊਨੀਕਲਸ ਜਿਹੜੀ ਹੈਗੀ ਹੈ ਪੂਰੇ ਜਿੱਥੇ ਫਿਊਨੀਕਲਸ ਅਵਿਊਲ ਦੀ ਬੋਡੀ ਦੇ ਨਾਲ ਫਿਊਜ਼ਡ ਸੀ, ਡੰਡੀ ਜਿਹੜੀ ਸੀਗੀ ਅਵਿਊਲ ਦੀ, ਉਹਨੂੰ ਅਸੀਂ ਰੈਫੇ ਕਿਹਾ ਸੀ ਨਾ। ਇਸੇ ਤਰੀਕੇ ਦੇ ਨਾਲ ਸੀਡ ਦੇ ਵਿੱਚ ਵੀ ਤੁਹਾਨੂੰ ਕੁਝ ਪਾਰਟ ਨਜ਼ਰ ਆਏਗਾ ਕਿ ਫਿਊਨੀਕਲ ਫਿਊਜ਼ਡ ਹੈਗੀ ਹੈ ਸੀਡ ਵਾਲ ਦੇ ਅੰਦਰ, ਉਹਨੂੰ ਰੈਫੀ ਕਹਿ ਦੇਣਾ। ਨਾਮ ਨਹੀਂ ਬਦਲ ਜਾਣੇ ਹੈਗੇ, ਠੀਕ ਹੈ ਨਾ। ਸੋ ਉਹੀ ਰਹਿਣੀ ਹੈ। ਪਾਰਟਸ ਜਿਹੜੇ ਸੀਡ ਦੇ ਵਿੱਚ ਹੁਣ ਅਟੈਚਡ ਹੈ, ਉਹ ਉੱਦਾਂ ਹੀ ਅਟੈਚਡ ਹੈ ਜਿਵੇਂ ਕਿ ਅਵਿਊਲ ਦੇ ਵਿੱਚ ਸੀਗੇ, ਹੈ ਨਾ, ਠੀਕ ਹੈ। ਸੀਡ ਦੇ ਅੰਦਰ ਐਂਬਰੀਓ ਹੈ। ਐਂਬਰੀਓ ਜਿਹੜਾ ਹੈਗਾ ਡਿਫਰੈਂਸ਼ੀਏਟਡ ਹੁੰਦਾ, ਕਿਉਂਕਿ ਹੁਣ ਸੀਡ ਨੂੰ ਅਸੀਂ ਜ਼ਮੀਨ ਦੇ ਵਿੱਚ ਬੀਜ ਦੇਣਾ, ਨਵਾਂ ਪੌਦਾ ਨਿਕਲ ਆਉਣਾ। ਰੈਡੀਕਲ, ਪਲਿਊਮਿਊਲ ਅਤੇ ਕੋਟੀਲੀਡਨਸ ਪ੍ਰੈਜ਼ੈਂਟ ਹੈਗੀਆਂ ਨੇ, ਹੈ ਨਾ, ਠੀਕ ਹੈ। ਸੋ ਰੈਡੀਕਲ ਆਰ ਤੋਂ ਰੈਡੀਕਲ ਬਹੁਤ ਵਾਰੀ ਤੁਹਾਨੂੰ ਦੱਸਿਆ, ਇਹਨਾਂ ਨੇ ਫਿਊਚਰ ਪਲਾਂਟ ਦੀਆਂ ਰੂਟਸ ਬਣਾਉਣਾ ਹੈਗਾ। ਪਲਿਊਮਿਊਲ ਨੇ ਉੱਪਰ ਨੂੰ ਸ਼ੂਟ ਬਣਾ ਦੇਣੀ ਹੈ। ਸੋ ਕੋਟੀਲੀਡਨਸ ਅਸੀਂ ਕਹਿ ਸਕਦੇ ਹਾਂ ਸੀਡ ਲੀਵਸ, ਹੈ ਨਾ, 2 ਸੀਡ ਲੀਵਸ ਪ੍ਰੈਜ਼ੈਂਟ ਹੁੰਦੇ ਆ। ਮੋਨੋਕੋਟਸ ਦੇ ਵਿੱਚ ਤੁਹਾਨੂੰ ਪਤਾ 1 ਕੋਟੀਲੀਡਨ ਹੁੰਦੀ ਹੈ ਸੀਡ ਦੀ, ਠੀਕ ਹੈ। ਸੋ ਡਾਈਕੋਟਸ ਦੇ ਵਿੱਚ 2 ਕੋਟੀਲੀਡਨਸ ਹੁੰਦੀਆਂ। ਇਸੇ ਤਰੀਕੇ ਦੇ ਨਾਲ, ਹੈ ਨਾ, ਐਗਜ਼ਾਮਪਲਸ ਜ਼ਰੂਰ ਪੜ੍ਹਨੀਆਂ। ਫੂਡ ਮਟੀਰੀਅਲਸ ਰਿਜ਼ਰਵ ਸਟੋਰ ਕਰਕੇ ਰੱਖਦੀਆਂ ਕੋਟੀਲੀਡਨਸ ਦੇ ਅੰਦਰ ਨਾ। ਫੂਡ ਮਟੀਰੀਅਲ ਸਟੋਰਡ ਹੁੰਦਾ, ਗ੍ਰਾਮ, ਪੀ, ਐਲਮੰਡ, ਠੀਕ ਹੈ, ਕੈਸ਼ਨਟਸ ਵਗੈਰਾ ਜਿਹੜੇ ਆ, ਠੀਕ ਹੈ। ਸੋ ਇਹਨਾਂ ਦੇ ਵਿੱਚ ਕੋਟੀਲੀਡਨਸ ਪ੍ਰੈਜ਼ੈਂਟ ਹੈਗੀਆਂ ਨੇ। ਅੱਛਾ, ਹਾਈਪੋਕੋਟਾਈਲ ਅਤੇ ਐਪੀਕੋਟਾਈਲ ਧਿਆਨ ਦੇ ਨਾਲ ਸੁਣੋ। ਹਾਈਪੋ ਵਰਡ ਜਿਹੜਾ ਹੈਗਾ ਅਸੀਂ ਨੀਚੇ ਵਾਸਤੇ ਯੂਜ਼ ਕਰਾਂਗੇ, ਐਪੀ ਉੱਪਰ ਵਾਸਤੇ ਯੂਜ਼ ਕਰਾਂਗੇ। ਸੋ ਧਿਆਨ ਦੇ ਨਾਲ ਸੁਣਿਓ, ਠੀਕ ਹੈ। ਸੋ ਉਹ ਐਂਬਰੀਓਨਿਕ ਐਕਸਿਸ ਦਾ ਉਹ ਪਾਰਟ, ਕਿਉਂਕਿ ਅਸੀਂ ਐਂਬਰੀਓ ਪੜ੍ਹਦੇ ਪਏ ਹਾਂ, ਅਸੀਂ ਇੱਕ ਪੜ੍ਹਿਆ ਇਹਦੇ 'ਚ ਰੈਡੀਕਲ ਹੁੰਦਾ, ਪਲਿਊਮਿਊਲ ਹੁੰਦੇ, ਕੋਟੀਲੀਡਨਸ ਹੁੰਦੇ ਆ, ਹੈ ਨਾ, ਠੀਕ ਹੈ। ਸੋ ਫਿਰ ਐਂਬਰੀਓਨਿਕ ਐਕਸਿਸ ਦਾ ਉਹ ਪਾਰਟ, ਠੀਕ ਹੈ, ਜਿਹੜਾ ਕਿ ਰੈਡੀਕਲ ਅਤੇ ਪੁਆਇੰਟ ਆਫ ਅਟੈਚਮੈਂਟ ਆਫ ਕੋਟੀਲੀਡਨਸ ਦੇ ਵਿਚਕਾਰ ਹੋਵੇ। ਰੈਡੀਕਲ ਤੋਂ ਰੂਟ ਨਿਕਲਣੀ ਹੈ ਨਾ, ਸਮਝਦੇ ਪਏ ਹੋ। ਰੂਟ ਰੈਡੀਕਲ ਜਿਹੜਾ ਹੈਗਾ, ਠੀਕ ਹੈ, ਅਤੇ ਜਿੱਥੇ ਕੋਟੀਲੀਡਨਸ ਅਟੈਚਡ ਹੈ ਸੀਡ ਦੇ ਅੰਦਰ, ਉਹਨੂੰ ਕਹਿੰਦੇ ਹਾਈਪੋਕੋਟਾਈਲ, ਠੀਕ ਹੈ। ਮੈਂ ਤੁਹਾਨੂੰ ਇੱਥੇ ਸੀਡ ਦਿਖਾਉਂਦੀ ਹਾਂ ਕਿ ਉੱਥੇ ਤੁਹਾਨੂੰ ਜ਼ਿਆਦਾ ਪਤਾ ਲੱਗ ਜਾਣਾ। ਹੁਣ ਬੱਚੇ ਸੀਡ ਹੈਗਾ, ਬੀਨਸ ਸੀਡਸ ਹੈ, ਬੀਨਸ ਰਾਜਮਾ ਹੋ ਸਕਦੀਆਂ, ਫਲੀਆਂ ਦਾ ਬੀਜ ਹੋ ਸਕਦਾ, ਹੈ ਨਾ। ਆਹ ਤਾਂ ਬਾਕੀ ਹਾਈਲਮ ਰੈਫੇ ਦਿਖਾਇਆ, ਤੁਹਾਨੂੰ ਅੱਗੇ ਜਾ ਕੇ ਦਿਖਾਉਂਗੀ। ਮੈਂ ਤੁਹਾਨੂੰ ਇੱਥੇ ਮੇਨ ਦਿਖਾਉਣਾ ਚਾਹੁੰਦੀ ਐਪੀਕੋਟਾਈਲ ਐਂਡ ਹਾਈਪੋਕੋਟਾਈਲ, ਹੈ ਨਾ। ਆਹ ਦੇਖੋ ਰੂਟ ਥੱਲੇ ਹੀ ਨਿਕਲਦੀ ਹੈ ਨਾ, ਤਾਂ ਉਹ ਰੈਡੀਕਲ ਪੋਰਸ਼ਨ ਹੈਗਾ। ਆਹ ਐਂਬਰੀਓਨਲ ਐਕਸਿਸ ਹੈ, ਠੀਕ ਹੈ, ਜਿਹਨੂੰ ਅਸੀਂ ਕੋਟੀਲੀਡਨਰੀ ਨੋਡ, ਹੈ ਨਾ, ਇੱਥੋਂ ਦੀ ਕੋਟੀਲੀਡਨਸ ਨਿਕਲ ਰਹੀਆਂ ਨੇ। ਇਹ 2 ਕੋਟੀਲੀਡਨਸ ਹੁੰਦੀਆਂ। ਇਹ ਤੁਹਾਨੂੰ ਜ਼ਿਆਦਾ ਪਤਾ ਲੱਗੇਗਾ ਬੱਚੇ ਜੇਕਰ ਮੈਂ ਤੁਹਾਨੂੰ ਰਾਜਮਾ ਦੀ ਐਗਜ਼ਾਮਪਲ ਦਿੰਦੀ ਹਾਂ। ਰਾਜਮਾ ਦਾ ਸੀਡ ਜੇਕਰ ਤੁਸੀਂ ਹੱਥ 'ਚ ਪਕੜ ਕੇ ਦੇਖੋਗੇ ਨਾ, ਤਾਂ ਉਹਦੀ ਬਾਹਰ ਵਾਲੀ ਸੀਡ ਕੋਟ ਨੂੰ ਪਾਣੀ ਦੇ ਵਿੱਚ ਸੋਕ ਕਰਕੇ ਉਤਾਰ ਦਿਓ। ਜੋ ਤੁਹਾਡੇ ਹੱਥ ਦੇ ਵਿੱਚ 2 ਪੀਸ ਆ ਜਾਣਗੇ ਨਾ ਰਾਜਮਾ ਦੇ ਟੁਕੜੇ, ਉਹ ਕੋਟੀਲੀਡਨਸ ਹੈ, ਠੀਕ ਹੈ ਨਾ। ਇੱਥੋਂ ਤੁਹਾਨੂੰ ਜ਼ਿਆਦਾ ਸਮਝ ਆਉਣਾ। ਚਲੋ ਰੈਡੀਕਲ ਅਤੇ ਜਿੱਥੋਂ ਦੀ ਕੋਟੀਲੀਡਨਸ ਨਿਕਲਦੀਆਂ ਪਈਆਂ ਨੇ ਸੀਡ ਦੀਆਂ, ਠੀਕ ਹੈ। ਸੋ ਉਹਦੇ ਵਿਚਕਾਰ ਜਿਹੜਾ ਪੁਆਇੰਟ ਆ ਉਹਨੂੰ ਕਹਿੰਦੇ ਹਾਈਪੋਕੋਟਾਈਲ। ਆਹ ਪਲਿਊਮਿਊਲ ਰੀਜਨ ਹੈ। ਫਿਊਚਰ ਦੇ ਵਿੱਚ ਇੱਥੋਂ ਦੀ ਸ਼ੂਟ ਨਿਕਲਣੀ ਹੈ ਨਿਊ ਪਲਾਂਟ ਦੀ, ਠੀਕ ਹੈ। ਸੋ ਪਲਿਊਮਿਊਲ ਅਤੇ ਐਪ ਦੇ ਵਿਚਕਾਰ ਅਤੇ ਕੋਟੀਲੀਡਨਰੀ ਨੋਡ ਦੇ ਵਿਚਕਾਰ ਜਿਹੜਾ ਪੋਰਸ਼ਨ ਹੋਏਗਾ, ਕਿਉਂਕਿ ਉੱਪਰ ਵਾਲਾ ਪੋਰਸ਼ਨ ਹੈ, ਸ਼ੂਟ ਉੱਪਰ ਨੂੰ ਜਾਂਦੀ, ਉਹਨੂੰ ਕਹਿੰਦੇ ਐਪੀਕੋਟਾਈਲ। ਓਕੇ, ਅੱਗੇ ਤੁਹਾਡੇ ਕੋਲ ਆ ਗਿਆ ਐਲਬਿਊਮਿਨਸ। ਐਕਸ ਐਲਬਿਊਮਿਨਸ ਸੀਡਸ ਹੈ, +2 ਦੇ ਵਿੱਚ ਵੀ ਹੈ, ਬਹੁਤ ਇੰਪੋਰਟੈਂਟ। ਹੁਣ ਕੁਛ ਜਿਹੜੇ ਸੀਡਸ ਹੁੰਦੇ ਆ ਨਾ ਬੱਚੇ, ਉਹਨਾਂ ਦੇ ਵਿੱਚ ਜੇ ਤੁਹਾਨੂੰ ਯਾਦ ਹੈ ਅਵਿਊਲ ਦੇ ਵਿੱਚ ਨਿਊਸੈਲਸ ਸੀ, ਅਤੇ ਨਿਊਸੈਲਸ ਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਬਾਅਦ ਦੇ ਵਿੱਚ ਐਂਡੋਸਪਰਮ ਬਣ ਜਾਂਦੀ ਹੈ। ਐਂਡੋਸਪਰਮ ਜਿਹੜੀ ਹੈਗੀ ਆ ਕੋਟੀਲੀਡਨਸ ਦੇ ਵਿੱਚ ਸਟੋਰ ਪਈ ਹੋਈ ਹੈ ਨਾ, ਉੱਥੇ ਪਿਆ ਹੋਇਆ ਕਾਫੀ ਸਾਰਾ ਫੂਡ ਐਂਡੋਸਪਰਮਸ ਦੇ ਵਿੱਚ। ਹੁਣ ਕੀ ਹੈ ਕਿ ਕੁਛ ਜਿਹੜੇ ਸੀਡਸ ਹੁੰਦੇ ਆ ਨਾ, ਉਹਦੇ ਵਿੱਚ ਕੀ ਹੈ
ਕਿ ਕੋਟੀਲੇਡਨਸ ਦੇ ਵਿੱਚ ਫੂਡ ਸਟੋਰਡ ਪਿਆ ਹੋਇਆ ਹੈ ਨਾ, ਠੀਕ ਹੈ। ਸੋ ਐਂਡੋਸਪਰਮ ਜਾਂ ਤਾਂ ਯੂਜ਼ ਹੋ ਜਾਂਦੀ ਹੈ ਅਤੇ ਕੋਟੀਲੇਡਨਸ ਦੇ ਵਿੱਚ ਪਿਆ ਹੋਇਆ ਫੂਡ ਹੈ ਨਾ, ਇੱਦਾਂ ਦੇ ਅਸੀਂ ਸੀਡਸ ਨੂੰ ਕਹਿ ਦਿੰਦੇ ਆ ਨੋਨ ਐਂਡੋਸਪਰਮਿਕ ਜਾਂ ਫਿਰ ਐਕਸ ਐਲਬਿਊਮਿਨਸ ਸੀਡਸ ਕਹਿ ਦਿੰਦੇ ਆ, ਜਿਵੇਂ ਕਿ ਗ੍ਰਾਮ, ਪੀ, ਐਲਮੰਡ, ਗਰਾਊਂਡਨਟ ਦੇ ਵਿੱਚ ਹੈ ਨਾ ਸੀਡਸ ਦੇ ਵਿੱਚ ਐਂਡੋਸਪਰਮ ਨਹੀਂ ਹੁੰਦੀ ਹੈ ਨਾ, ਜਦ ਕਿ ਜਿਹੜੇ ਸੀਡਸ ਦੇ ਵਿੱਚ ਐਂਡੋਸਪਰਮ ਫੂਡ ਮਟੀਰੀਅਲ ਦੇ ਤੌਰ 'ਤੇ ਪਈ ਰਹਿੰਦੀ ਹੈ ਅਸੀਂ ਉਹਨਾਂ ਨੂੰ ਕਹਿੰਦੇ ਆ ਐਂਡੋਸਪਰਮਿਕ ਜਾਂ ਫਿਰ ਐਲਬਿਊਮਿਨਸ ਸੀਡਸ। ਉਹਨਾਂ ਨੂੰ ਕਿਹਾ ਕਿ ਨੋਨ ਐਂਡੋਸਪਰਮਿਕ ਅਤੇ ਐਕਸ ਐਲਬਿਊਮਿਨਸ, ਜਿਨ੍ਹਾਂ 'ਚ ਐਂਡੋਸਪਰਮ ਹਮੇਸ਼ਾ ਪਈ ਰਹਿੰਦੀ ਹੈ, ਸਾਰੀ ਯੂਜ਼ ਨਹੀਂ ਹੋ ਜਾਂਦੀ ਹੈ, ਐਂਬਰੀਓ ਨੂੰ ਯੂਜ਼ ਨਹੀਂ ਕਰ ਲੈਂਦਾ ਸੀਡ ਦਾ ਉਸ ਐਂਡੋਸਪਰਮ ਨੂੰ ਨਿਊਟਰੀਐਂਟਸ ਦੇ ਤੌਰ 'ਤੇ, ਉਹਨਾਂ ਨੂੰ ਕਹਿੰਦੇ ਐਂਡੋਸਪਰਮਿਕ ਔਰ ਐਲਬਿਊਮਿਨਸ ਸੀਡਸ, ਜਿਵੇਂ ਕਿ ਮੇਜ਼, ਵੀਟ, ਬਾਰਲੇ। ਮੈਂ ਤੁਹਾਨੂੰ ਦੱਸਿਆ ਹੈਗਾ ਕਣਕ ਦੇ ਦਾਣੇ ਨੂੰ ਪਾਣੀ ਦੇ ਵਿੱਚ ਭੇ ਦਈਏ, ਜਦੋਂ ਸੌਫਟ ਹੋ ਜਾਏਗਾ ਉਹਦੇ 'ਚੋਂ ਚਿੱਟੇ ਚਿੱਟੇ ਰੰਗ ਦਾ ਜੋ ਮਟੀਰੀਅਲ ਨਿਕਲੇਗਾ ਨਾ ਬਾਹਰ, ਉਹ ਐਂਡੋਸਪਰਮ ਹੋਏਗਾ। ਸੋ ਕੋਈ ਐਸੀ ਗੱਲ ਨਹੀਂ ਹੈਗੀ। ਹੁਣ ਜੋ ਜਗ੍ਹਾ ਓਵਿਊਲ 'ਚ ਨਿਊਸੈਲਸ ਦੀ ਸੀਗੀ, ਹੁਣ ਸੀਡ ਦੇ ਵਿੱਚ ਐਂਡੋਸਪਰਮ ਪ੍ਰੈਜ਼ੈਂਟ ਹੈ, ਉਹ ਐਂਬਰੀਓ ਨੂੰ ਨਿਊਰਿਸ਼ਮੈਂਟ ਦੇ ਰਹੀ ਹੈ। ਸੋ ਜਿਨ੍ਹਾਂ ਸੀਡਸ ਦੇ ਵਿੱਚ ਐਂਬਰੀਓ ਵਰਤ ਲਈ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਉਹਨਾਂ ਨੂੰ ਨੋਨ ਐਂਡੋਸਪਰਮਿਕ ਕਿਹਾ ਜਾਂਦਾ, ਅਤੇ ਜਿਨ੍ਹਾਂ ਦੇ ਵਿੱਚ ਹਮੇਸ਼ਾ ਰਹਿੰਦੀ ਹੈ ਦਿਸ ਐਂਡੋਸਪਰਮ, ਉਹਨਾਂ ਨੂੰ ਐਂਡੋਸਪਰਮਿਕ ਸੀਡ ਕਿਹਾ ਜਾਂਦਾ। ਹੁਣ ਸਟਰਕਚਰ ਜੇਕਰ ਅਸੀਂ ਸੀਡਸ ਦਾ ਦੇਖੀਏ ਤਾਂ ਸਭ ਤੋਂ ਪਹਿਲਾਂ ਬੱਚੇ ਤੁਹਾਡੇ ਕੋਲ ਬੀਨ ਸੀਡ, ਮੈਂ ਪਹਿਲਾਂ ਹੀ ਦੱਸਿਆ ਹੈ ਨਾ, ਰਾਜਮਾ ਹੋ ਸਕਦੇ ਆ, ਬੀਨਸ ਹੋ ਸਕਦੀਆਂ ਨੇ, ਇਹ ਡਾਈਕੋਟੀਲੀਡਨਸ ਪਲਾਂਟ ਹੁੰਦੇ ਆ। ਬੀਨਸ ਕਿਹੜੇ ਹੈਗੇ ਆ? ਡਾਈਕੋਟੀਲੀਡਨਸ ਪਲਾਂਟਸ ਹੈ, ਨੋਨ ਐਂਡੋਸਪਰਮਿਕ। ਸੋ ਬੀਨਸ ਕੀ ਹੁੰਦੇ ਨੇ? ਡਾਈਕੋਟੀਲੇਡਨਸ ਹੁੰਦੇ। ਸਾਫ਼ ਨਜ਼ਰ ਆ ਰਹੇ ਆ, ਇਹਦੀਆਂ 2 ਕੋਟੀਲੇਡਨਸ ਆ, ਮੈਨੂੰ ਲੱਗਦਾ ਹੁਣ ਤੁਹਾਨੂੰ ਕਾਫੀ ਕਲੀਅਰ ਹੋਏਗਾ। ਇਹਨਾਂ ਦੀ ਕੋਟੀਲੇਡਨਸ ਦੇ ਵਿੱਚ ਐਂਡੋਸਪਰਮ ਨਹੀਂ ਹੁੰਦੀ ਹੈ ਨਾ, ਯੂਜ਼ ਹੋ ਚੁੱਕੀ ਹੋਈ ਹੈ। ਸੋ ਆ ਦੇਖੋ ਇਹਦੇ 2 ਸਰਫੇਸ ਹੋਣਗੇ, ਕਨਕੇਵ ਵੀ ਅਤੇ ਕਨਵੈਕਸ ਵੀ। ਅੱਜ ਇੱਥੇ ਹਾਈਲਮ ਪ੍ਰੈਜ਼ੈਂਟ ਹੈਗੀ ਹੈ ਨਾ, ਠੀਕ ਹੈ। ਸੋ ਇਹ ਕਨਕੇਵ ਸਰਫੇਸ ਹੈਗਾ, ਡਾਰਕਰ ਸਰਫੇਸ ਹੈਗਾ, ਠੀਕ ਹੈ। ਸੋ ਇੱਥੇ ਜਿਹੜੇ ਸੀਡਸ ਹੈਗੇ, ਫਿਊਨੀਕੁਲਸ ਇੱਥੇ ਅਟੈਚਡ ਹੋਏਗੀ, ਛੋਟੀ ਜਿਹੀ ਪੋਰ ਜਿਹੜੀ ਹੈਗੀ ਆ ਹੈ ਨਾ, ਸੋ ਉਹ ਮਾਈਕਰੋਪਾਈਲ ਇੱਥੇ ਪ੍ਰੈਜ਼ੈਂਟ ਹੋਏਗਾ। ਆਹ ਸੈਕਸ਼ਨ ਕੱਟ ਕੇ ਵੀ ਦਿਖਾਇਆ ਹੋਇਆ ਸੀਡ ਦਾ ਹੈ ਨਾ, ਇਹ ਪੂਰਾ ਸੀਡ ਓਪਨ ਕਰਕੇ ਦਿਖਾਇਆ ਹੈ ਤੁਹਾਨੂੰ, ਉਹ ਐਂਬਰੀਓ ਦਾ ਸਟਰਕਚਰ ਦਿਖਾਇਆ ਹੋਇਆ ਨਾ ਸੀਡ ਦੇ ਅੰਦਰ, ਠੀਕ ਹੈ। ਸੋ ਮਾਈਕਰੋਪਾਈਲ ਵੀ ਪ੍ਰੈਜ਼ੈਂਟ ਹੈ, ਰੈਫੇ ਵੀ ਇਹਦੇ ਉੱਤੇ ਪ੍ਰੈਜ਼ੈਂਟ ਹੈਗੇ ਆ। ਬੀਨਸ ਦੇ 2 ਸੀਡ ਕੋਟਸ ਹੁੰਦੇ ਆ, ਉਹੀ ਬਾਹਰ ਵਾਲਾ ਟੈਸਟਾ, ਥਿਕ, ਸਮੂਥ, ਹਾਰਡ ਹੈ ਨਾ, ਕਲਰਡ। ਬਾਹਰ ਵਾਲੀ ਜਿਹੜੀ ਸੀਡ ਕੋਟ ਹੈ ਉਹਨੂੰ ਟੈਸਟਾ ਕਹਿੰਦੇ ਆ, ਲੇਬਲਿੰਗ ਕੀਤੀ ਹੋਈ ਹੈ, ਠੀਕ ਹੈ। ਸੋ ਅੰਦਰ ਵਾਲੀ ਜਿਹੜੀ ਹੈਗੀ ਆ ਉਹ ਟੈਗਮਨ ਹੈ ਨਾ। ਸੋ ਟੈਗਮਨ ਜਿਹੜੀ ਤੁਹਾਨੂੰ ਪਤਾ ਵਾਈਟ ਹੁੰਦੀ ਹੈ, ਮੈਂਬਰੇਨਸ ਹੁੰਦੀ ਹੈ, ਥੋੜੀ ਪਤਲੀ ਹੁੰਦੀ ਹੈ। ਸੀਡ ਦੀਆਂ 2 ਕੋਟਸ ਹੈ, ਇਹਨੂੰ ਕੋਟੀਲੀਡਨ ਨਹੀਂ ਕਹਿਣਾ, ਕੋਟੀਲੀਡਨ ਆ 2 ਮੋਟੇ ਸਟਰਕਚਰ ਹੈ, ਉਹਦੀਆਂ 2 ਬਾਹਰ ਵਾਲੀਆਂ ਕਵਰਿੰਗਸ ਤੁਸੀਂ ਇੱਦਾਂ ਵੀ ਕਹਿ ਸਕਦੇ ਹੋ ਹੈ ਨਾ। ਸੋ ਸੀਡ ਦੀ ਬਾਹਰ ਵਾਲੀ ਕਵਰਿੰਗ ਨੂੰ ਕਹਿੰਦੇ ਟੈਸਟਾ, ਅੰਦਰ ਵਾਲੀ ਨੂੰ ਕਹਿੰਦੇ ਟੈਗਮਨ ਹੈ ਨਾ, ਠੀਕ ਹੈ। ਸੋ ਐਂਬਰੀਓ ਦੇ ਇਨਕਲੋਜ਼ਡ ਹੈ, ਸੀਡ ਦੇ ਅੰਦਰ ਐਂਬਰੀਓ ਪ੍ਰੈਜ਼ੈਂਟ ਹੈਗਾ, ਠੀਕ ਹੈ। ਸੋ ਲਾਰਜ ਵਾਈਟ ਕਿਡਨੀ ਸ਼ੇਪਡ ਕੋਟੀਲੇਡਨਸ ਜਾਂ ਨਜ਼ਰ ਆ ਰਹੀਆਂ ਤੁਹਾਨੂੰ, ਲਾਰਜ ਵਾਈਟ ਕਿਡਨੀ ਸ਼ੇਪਡ ਕੋਟੀਲੇਡਨਸ ਹੈਗੀਆਂ, ਠੀਕ ਹੈ। ਸੋ 2 ਮੋਟੀਆਂ ਕੋਟੀਲੇਡਨਸ ਪ੍ਰੈਜ਼ੈਂਟ ਹੈਗੀਆਂ ਬੀਨਸ ਦੇ ਸੀਡਸ ਦੇ ਵਿੱਚ, ਰਿਜ਼ਰਵ ਫੂਡ ਮਟੀਰੀਅਲ ਸਟੋਰ ਕਰਕੇ ਰੱਖਦੀਆਂ। ਕਾਰਬੋਹਾਈਡਰੇਟਸ ਵੀ ਹੋ ਸਕਦੇ ਆ, ਪ੍ਰੋਟੀਨਸ ਵੀ ਹੋ ਸਕਦੇ ਆ ਨਾ, ਐਂਬਰੀਓ ਨੂੰ ਨਿਊਰਿਸ਼ਮੈਂਟ ਇਹਨਾਂ ਨੇ ਦੇਣੀ ਹੈ, ਓਕੇ, ਠੀਕ ਹੈ। ਸੋ ਰੈਡੀਕਲ ਪੋਰਸ਼ਨ ਪ੍ਰੈਜ਼ੈਂਟ ਹੈਗਾ, ਜਿੱਥੋਂ ਕਿ ਫਿਊਚਰ ਦੇ ਵਿੱਚ ਰੂਟਸ ਨਿਕਲਣਗੀਆਂ, ਠੀਕ ਹੈ। ਸੋ ਪਲਿਊਮਿਊਲਸ ਪ੍ਰੈਜ਼ੈਂਟ ਹੈ, ਠੀਕ ਹੈ। ਸੋ ਰੈਡੀਕਲ ਪੋਰਸ਼ਨ ਹੈ, ਇੱਥੋਂ ਦੀ ਰੂਟ ਨਿਕਲੇਗੀ ਫਿਊਚਰ ਦੇ ਵਿੱਚ ਹੈ ਨਾ, ਇਸ ਸੀਡ ਦੇ ਵਿੱਚੋਂ ਦੀ ਪਲਿਊਮਿਊਲ ਤੋਂ ਸ਼ੂਟ ਨਿਕਲੇਗੀ, ਠੀਕ ਹੈ ਜੀ। ਇਸੇ ਤਰੀਕੇ ਦੇ ਨਾਲ ਐਪੀਕੋਟਾਈਲ, ਹਾਈਪੋਕੋਟਾਈਲ ਮੈਂ ਤੁਹਾਨੂੰ ਐਕਸਪਲੇਨ ਕਰ ਦਿੱਤਾ। ਮੇਜ ਗ੍ਰੇਨ ਦਾ ਜੇਕਰ ਅਸੀਂ ਸਟਰਕਚਰ ਦੇਖੀਏ ਤਾਂ ਮੇਜ ਗ੍ਰੇਨ ਜਿਹੜਾ ਹੈਗਾ ਇਹ ਮੋਨੋਕੋਟੀਲੀਡਨਸ ਹੈ, ਐਂਡੋਸਪਰਮਿਕ ਸੀਡ ਹੈ ਨਾ। ਇਹਦੇ ਵਿੱਚ ਤੁਸੀਂ ਇਹ ਡਾਇਗਰਾਮ ਦੇ ਵਿੱਚ ਦੇਖੋ, ਇਹ ਸਭ ਤੋਂ ਬਾਹਰ ਵਾਲੀ ਲੇਅਰ ਸੀਡ ਦੀ ਬਾਰ ਉਹੀ ਪੈਰੀਕਾਰਪ ਜਾਂ ਸੀਡ ਕੋਟ ਕਹਿੰਦੇ ਆ ਇਹਨੂੰ ਹੈ ਨਾ, ਠੀਕ ਹੈ। ਸੋ ਇੱਥੇ ਐਂਡੋਸਪਰਮ ਪ੍ਰੈਜ਼ੈਂਟ ਹੈਗੀ ਹੈ, ਲਿਊਰੋਨ ਲੇਅਰ ਪ੍ਰੈਜ਼ੈਂਟ ਹੈ, ਠੀਕ ਹੈ। ਸੋ ਮੇਜ਼ ਗ੍ਰੇਨ ਹੈ, ਸ਼ਾਇਦ ਤੁਹਾਨੂੰ ਇਹ ਮੈਂ ਡਾਇਗਰਾਮ ਵੀ ਭੇਜੀ ਹੋਈ ਹੈ, ਓਕੇ, ਠੀਕ। ਸੋ ਐਂਬਰੀਓ ਇਸ ਸੀਡ ਦੇ ਵਿੱਚ ਇੱਥੇ ਕੋਨੇ ਦੇ ਵਿੱਚ ਐਂਬਰੀਓ ਪ੍ਰੈਜ਼ੈਂਟ ਹੈ। ਇੱਥੇ ਹੁਣ ਤੁਸੀਂ ਕਹੋਗੇ ਕਿ ਇੱਕ ਸਿੰਗਲ ਕੋਟੀਲੀਡਨ ਕਿੱਥੇ ਪ੍ਰੈਜ਼ੈਂਟ ਹੈਗੀ ਹੈ? ਸਕੂਟੀਲਮ, ਠੀਕ ਹੈ, ਸਕੂਟੀਲੀਅਮ ਨੂੰ, ਠੀਕ ਹੈ। ਸੋ ਕੋਟੀਲੀਡਨ ਕਹਿੰਦੇ ਆ, ਸਕੂਟੀਲੀਅਮ ਕੋਟੀਲੀਡਨ ਹੈ ਇੱਥੇ ਇੱਕ ਸਿੰਗਲ, ਠੀਕ ਹੈ। ਸੋ ਇਹ ਰੂਟ, ਇੱਥੇ ਰੂਟ ਪੋਰਸ਼ਨ ਹੈ, ਇਹ ਪੂਰਾ ਐਂਬਰੀਓ ਹੈਗਾ, ਠੀਕ ਹੈ। ਸੋ ਰੂਟ ਨੂੰ ਪ੍ਰੋਟੈਕਟ ਕਰਨ ਦੇ ਲਈ, ਰੈਡੀਕਲ ਨੂੰ ਪ੍ਰੋਟੈਕਟ ਕਰਨ ਦੇ ਲਈ ਰੂਟ ਕੈਪ ਹੈ। ਸੋ ਇੱਥੇ 2 ਸਟਰਕਚਰ ਹੋਰ ਆਣੇ, ਜਿਵੇਂ ਐਪੀਕੋਟਾਈਲ, ਹਾਈਪੋਕੋਟਾਈਲ ਆਏ ਆ, ਇਸੇ ਤਰੀਕੇ ਦੇ ਨਾਲ ਕੋਲੀਓਰਹਾਈਜ਼ਾ ਅਤੇ ਕੋਲੀਓਪਟਾਈਲ, ਠੀਕ ਹੈ। ਸੋ ਪਲਿਊਮਿਊਲ ਨੂੰ ਕਵਰ ਕਰਦਾ ਹੋਇਆ, ਪ੍ਰੋਟੈਕਟ ਕਰਦਾ ਹੋਇਆ ਇੱਕ ਸਟਰਕਚਰ ਪ੍ਰੈਜ਼ੈਂਟ ਹੈ, ਉਹਨੂੰ ਅਸੀਂ ਕਹਿੰਦੇ ਕੋਲੀਓਪਟਾਈਲ। ਅਤੇ ਰੂਟ ਜਿਹੜੀ ਜਾਂ ਰੈਡੀਕਲ ਜਿਹੜਾ ਪੋਰਸ਼ਨ ਹੈਗਾ ਉਹਨੂੰ ਕਵਰ ਕਰਨ ਦੇ ਲਈ ਇੱਕ ਸਟਰਕਚਰ ਪ੍ਰੈਜ਼ੈਂਟ ਹੈ, ਕਵਰਿੰਗ ਪ੍ਰੈਜ਼ੈਂਟ ਹੈ, ਉਹਨੂੰ ਕਹਿੰਦੇ ਕੋਲੀਓਰਹਾਈਜ਼ਾ। ਸੋ ਇਹਨੂੰ ਮੈਂ ਤਾਂ ਇਸ ਤਰੀਕੇ ਨਾਲ ਯਾਦ ਰੱਖਿਆ ਹੋਇਆ, ਠੀਕ ਹੈ। ਪਲਿਊਮਿਊਲ 'ਚ ਪੀ ਆਉਂਦੀ ਹੈ, ਇਸ ਕਰਕੇ ਕੋਲੀਓਪਟਾਈਲ ਪਲਿਊਮਿਊਲ ਨੂੰ ਕਵਰ ਕਰਦੀ ਪਈ ਹੈ ਨਾ, ਠੀਕ ਹੈ। ਰੂਟ ਦੇ ਵਿੱਚ ਆਰ ਦਾ, ਇਸ ਕਰਕੇ ਕੋਲੀਓਰਹਾਈਜ਼ਾ ਆਰ ਇਹਦੇ 'ਚ ਆ ਰਿਹਾ, ਠੀਕ ਹੈ। ਸੋ ਇਹ ਰੂਟ ਨੂੰ ਕਵਰ ਕਰਦਾ ਪਿਆ, ਠੀਕ ਹੈ ਜੀ। ਸੋ ਇਹ ਮੇਜ਼ ਗ੍ਰੇਨ ਦਾ ਸਟਰਕਚਰ ਹੈ ਜਿਹੜਾ ਕਿ ਮੋਨੋਕੋਟੀਲੀਡਨਸ ਹੈ।
ਠੀਕ ਹੈ। ਸੋ ਐਪੀਡਰਮਲ ਜਿਹੜੇ ਟਿਸ਼ੂਜ਼ ਹੈਗੇ ਆ ਸਕੂਟੀਲਮ ਦੇ, ਹੁਣ ਦੇਖੋ ਸਕੂਟੀਲਮ ਜਿਹੜੀ ਹੈਗੀ ਆ ਐਂਬਰੀਓ ਤੇ ਐਂਡੋਸਪਰਮ ਦੇ ਵਿਚਕਾਰ ਪ੍ਰੈਜ਼ੈਂਟ ਹੈਗੀ ਆ। ਸਕੂਟੀਲਮ ਕਈ ਵਾਰੀ ਡਾਊਨ ਪ੍ਰੈਸ ਹੋ ਜਾਂਦੀ ਹੈ, ਠੀਕ ਹੈ, ਤਾਂ ਜੋ ਜਿਹੜੇ ਨਿਊਟ੍ਰੀਐਂਟਸ ਹੈਗੇ ਆ ਉਹ ਐਂਡੋਸਪਰਮ ਤੋਂ ਐਂਬਰੀਓ ਤੱਕ ਪਹੁੰਚ ਸਕਣ, ਹੈ ਨਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਐਲਿਊਰੋਨ ਰੇਅਰ ਜਿਹੜੀ ਹੈਗੀ ਆ ਸਪੈਸ਼ਲ ਇੱਕ ਸੈੱਲ ਦੀ ਬਣੀ ਹੋਈ ਥਿਕ ਲੇਅਰ ਜਿਹੜੀ ਹੈਗੀ ਆ ਪ੍ਰੈਜ਼ੈਂਟ ਹੁੰਦੀ ਹੈ ਐਲਿਊਰੋਨ ਰੇਅਰ, ਹੈ ਨਾ। ਸੋ ਇਹ ਵੀ ਪ੍ਰੋਟੀਨੀਸ਼ੀਅਸ, ਹੈ ਨਾ। ਸੋ ਐਲਿਊਰੋਨ ਗ੍ਰੇਨਸ ਦੇ ਨਾਲ ਭਰੇ ਹੁੰਦੇ ਆ ਜਿਹੜੇ ਕਿ ਜਰਮੀਨੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੇ ਹੈ, ਠੀਕ ਹੈ ਜੀ। ਸੋ ਕੋਲੀਅਰੋਹਾਈਜ਼ਾ, ਕੋਲੀਓਪਟਾਈਲ, ਪ੍ਲਿਊਮਿਊਲ ਰੈਡੀਕਲਸ ਇਹਦੇ ਵਿੱਚ ਵੀ ਪ੍ਰੈਜ਼ੈਂਟ ਹੈ, ਠੀਕ। ਅੱਗੇ ਆ ਗਿਆ ਤੁਹਾਡੇ ਕੋਲ ਫਿਜ਼ੋਲੋਜੀਕਲ ਅਨਿਗਮਾ। ਸੋ ਇਹ ਇੱਕ ਕੀ ਹੈ, ਕੁਐਸਚਨ ਵੀ ਹੈ ਜਿੱਦਾਂ ਉਹਦੇ 'ਚ ਇਹਦਾ ਆਨਸਰ ਛੋਟਾ ਹੀ ਹੈ, ਠੀਕ ਹੈ। ਵੀ ਜਦੋਂ ਨੈਚੁਰਲੀ ਹੁਣ ਬੱਚੇ ਸੀਡ ਜਿਹੜਾ ਹੈਗਾ ਉਹਦੇ ਵਿੱਚ ਐਂਬਰੀਓ ਬਣ ਚੁੱਕਾ, ਹੈ ਨਾ, ਠੀਕ ਹੈ। ਸੋ ਹੁਣ ਹੌਲੀ ਹੌਲੀ ਬਹੁਤ ਸਾਰੀਆਂ ਫਿਜ਼ੀਓਲੋਜੀਕਲ, ਬਾਇਓਕੈਮੀਕਲ, ਮੋਰਫੋਲੋਜੀਕਲ, ਹੈ ਨਾ, ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਫਲਾਵਰ ਪਾਰਟਸ ਦੀਆਂ ਉਹ ਹੌਲੀ ਹੌਲੀ ਕੀ ਹੈ ਸਲੋ ਹੁੰਦੀਆਂ ਜਾਣੀਆਂ, ਹੈ ਨਾ। ਜਦੋਂ ਸੀਡ ਫਾਰਮੇਸ਼ਨ ਹੁੰਦੀ ਜਾ ਰਹੀ ਹੈ ਨਾ, ਅਵਿਊਲ ਜਿਹੜੇ ਹੈਗੇ ਉਹ ਸੀਡ ਬਣ ਚੁੱਕੇ ਆ, ਠੀਕ ਹੈ। ਸੋ ਐਂਬਰੀਓ ਦੀਆਂ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਸਲੋ ਡਾਊਨ ਹੋ ਚੁੱਕੀਆਂ ਨੇ, ਠੀਕ ਹੈ। ਇੰਟੈਗੂਮੈਂਟਸ ਦੇ ਵਿੱਚੋਂ ਦੀ ਵਾਟਰ ਦੀ ਲੋਸ ਹੋ ਚੁੱਕੀ ਹੈ, ਖਾਸ ਕਿਸਮ ਦੀਆਂ ਥਿਕਨਿੰਗਸ ਜਿਹੜੀਆਂ ਹੈਗੀਆਂ ਨੇ ਉਹ ਡਿਵੈਲਪ ਹੋ ਚੁੱਕੀਆਂ ਨੇ, ਠੀਕ ਹੈ। ਸੋ ਜਿਹੜੀਆਂ ਕਿ ਹੁਣ ਇੰਟੈਗੂਮੈਂਟਸ ਸੀਗੀਆਂ ਹਾਰਡ ਪ੍ਰੋਟੈਕਟਿਵ ਕਵਰਿੰਗ ਜਿਹੜੀਆਂ ਹੈਗੀਆਂ ਬਣਦੀਆਂ ਜਾ ਰਹੀਆਂ ਨੇ। ਐਂਬਰੀਓ ਦੇ ਸੈੱਲ ਦਾ ਮੈਟਾਬੋਲਿਕ ਐਕਟੀਵਿਟੀ ਜਿਹੜੀ ਹੈ ਘਟ ਗਈ ਹੈ, ਠੀਕ ਹੈ। ਸੋ ਰੈਸਪੀਰੇਸ਼ਨ ਜਿਹੜੀ ਹੈ ਮਤਲਬ ਮੈਚੋਰ ਹੋਣ ਤੋਂ ਪਹਿਲਾਂ, ਠੀਕ ਹੈ। ਸੋ ਐਂਬਰੀਓ ਜਿਹੜੇ ਸੀ ਐਰੋਬਿਕਲੀ ਏਅਰ ਦੀ ਪ੍ਰੈਜ਼ੈਂਸ ਦੇ ਵਿੱਚ ਸਾਹ ਲੈਂਦੇ ਸੀਗੇ। ਹੁਣ ਸੀਡ ਜਿਹੜੇ ਹੈਗੇ ਆ, ਠੀਕ ਹੈ, ਉਹ ਜੇਕਰ ਉਹ ਡੋਰਮੈਂਟ ਸੀਡਸ ਬਣ ਜਾਣ, ਉਹ ਜਰਮੀਨੇਟ ਨਾ ਕਰ ਪਾਉਣ, ਉਹਨਾਂ ਵਿੱਚੋਂ ਨਵਾਂ ਪੌਦਾ ਨਾ ਨਿਕਲੇ, ਠੀਕ ਹੈ ਨਾ। ਸੋ ਉਹ ਕੀ ਹੈ ਐਨਾਐਰੋਬਿਕਲੀ ਬਿਨਾਂ ਆਕਸੀਜਨ ਤੋਂ ਸਾਹ ਲੈਣਾ ਸ਼ੁਰੂ ਕਰ ਦੇਣਗੇ, ਠੀਕ ਹੈ। ਸੋ ਮਾਈਟੋਕੌਂਡਰੀਆ ਨੂੰ ਤੁਸੀਂ ਡਿਸਟਿੰਗੁਇਸ਼ ਨਹੀਂ ਕਰ ਸਕਦੇ ਐਂਬਰੀਓ ਦੇ ਵਿੱਚੋਂ ਦੀ ਰਿਜ਼ਰਵ ਫੂਡ ਮਟੀਰੀਅਲ ਜਿਹੜਾ ਹੈਗਾ ਐਂਡੋਸਪਰਮ ਦੇ ਫਾਰਮ ਦੇ ਵਿੱਚ ਹੋ ਸਕਦਾ ਹੈ, ਸਮਝਦੇ ਪਏ ਹੋ ਗੱਲ ਨੂੰ, ਠੀਕ ਹੈ। ਵਾਟਰ ਕੰਟੈਂਟ ਜਿਹੜੇ ਹੈਗੇ ਲਿਵਿੰਗ ਸੈੱਲ ਦੇ ਬਹੁਤ ਘੱਟ ਰਹਿ ਜਾਂਦੇ ਆ, 10 to 15%। ਸੋ ਸਿੱਧੀ ਜੀ ਗੱਲ ਹੈ ਕਿ ਵੀ ਜਦੋਂ ਇੱਕ ਅਵਿਊਲ ਸੀਡ ਬਣਨ ਜਾ ਰਿਹਾ ਉਹਦੇ 'ਚ ਬੜੀਆਂ ਸਾਰੀਆਂ ਚੇਂਜਿਸ ਆ ਰਹੀਆਂ ਨੇ, ਠੀਕ ਹੈ। ਸੋ ਡੋਰਮੈਂਸੀ ਜਿਹੜੀ ਹੈਗੀ ਹੈ ਫਿਲਹਾਲ ਸੀਡ ਦੇ ਵਿੱਚ ਹੈਗੀ ਹੈ, ਪਰ ਜਿੱਦਾਂ ਹੀ ਸੀਡ ਨੂੰ ਫਿਰ ਫੇਵਰੇਬਲ ਕੰਡੀਸ਼ਨਸ ਮਿਲ ਜਾਂਦੀਆਂ ਉਹ ਨਿਊ ਪਲਾਂਟ ਦੇ ਵਿੱਚ ਜਰਮੀਨੇਟ ਕਰ ਜਾਂਦਾ, ਐਂਬਰੀਓ ਤੋਂ ਪਲਾਂਟ ਦੇ ਬਹੁਤ ਸਾਰੇ ਪਾਰਟਸ ਨਿਕਲ ਆਉਂਦੇ ਆ। ਇਸ ਕਰਕੇ ਫਿਊਚਰ ਜਨਰੇਸ਼ਨ ਜਿਹੜੀ ਹੈਗੀ ਆ ਸੀਡ ਦੇ ਅੰਦਰ ਸਟੋਰਡ ਹੈ ਨਾ, ਠੀਕ ਹੈ। ਸੋ ਚੇਂਜਿਸ ਆਈਆਂ, ਠੀਕ ਹੈ। ਸੋ ਬੜੀਆਂ ਹੈਰਾਨੀਜਨਕ ਕਈ ਵਾਰੀ ਪਜ਼ਲਿੰਗ ਚੇਂਜਿਸ ਜਿਹੜੀਆਂ ਹੈਗੀਆਂ ਆਈਆਂ ਹੈ, ਠੀਕ ਹੈ। ਸੋ ਪੂਰੇ ਸੀਡ ਦੇ ਵਿੱਚ ਇਸ ਕਰਕੇ ਕਹਿੰਦੇ ਆ ਕਿ ਫਿਜ਼ੀਓਲੋਜੀਕਲ ਅਨਿਗਮਾ, ਸੀਡਸ ਕੀ ਹੁੰਦੇ ਆ ਫਿਜ਼ੀਓਲੋਜੀਕਲ ਅਨਿਗਮਾ। ਸੋ ਜਿਸ ਤਰੀਕੇ ਦੇ ਨਾਲ ਬੱਚੇ ਤੁਸੀਂ ਕੁਐਸਚਨ ਕੀਤਾ ਹੈ ਕਿ ਵੀ ਪੋਲੀਨੇਸ਼ਨ, ਹੈ ਨਾ, ਪੋਲਨ ਗ੍ਰੇਨਸ ਜਿਹੜੇ ਕਿਸ ਤਰੀਕੇ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਇੱਕ ਫਲਾਵਰ ਤੋਂ ਦੂਸਰੇ ਫਲਾਵਰ ਦੇ ਕੋਲ ਜਾ ਰਹੇ ਆ, ਇਸੇ ਤਰੀਕੇ ਦੇ ਨਾਲ ਹੁਣ ਫਰੂਟਸ ਅਤੇ ਸੀਡਸ ਦਾ ਵੀ ਡਿਸਪਰਸਲ ਹੈ ਨਾ, ਉਹ ਵੀ ਜ਼ਰੂਰੀ ਹੈ। ਜੇਕਰ ਸੀਡਸ ਜਿਹੜੇ ਇੱਕ ਜਗ੍ਹਾ 'ਤੇ ਪਏ ਰਹਿਣਗੇ ਫਿਰ ਪਲਾਂਟਸ ਜਿਹੜੇ ਉਹਨਾਂ ਦੀ ਗਰੋਥ ਕਿਸ ਤਰੀਕੇ ਨਾਲ ਹੋਏਗੀ, ਹੈ ਨਾ, ਫਿਰ ਇੱਕ ਜਗ੍ਹਾ ਦੇ ਉੱਤੇ ਗਰੋ ਕਰਨਗੇ ਬਸ ਉੱਥੇ ਹੀ ਖਤਮ ਹੋ ਜਾਣਗੇ। ਸੋ ਬਹੁਤ ਸਾਰੀਆਂ ਏਜੰਸੀਜ਼, ਏਜੰਟਸ ਜਿਹੜੇ ਹੈਗੇ ਆ ਸਾਨੂੰ ਚਾਹੀਦੇ ਆ ਫਰੂਟ ਅਤੇ ਸੀਡਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਭੇਜਣ ਦੇ ਲਈ। ਏਅਰ, ਵਾਟਰ, ਐਨੀਮਲਸ, ਮੈਨ ਹੋ ਸਕਦੇ ਆ, ਹੈ ਨਾ। ਅੱਛਾ, ਹੁਣ ਜਿਸ ਕੇਸ ਦੇ ਵਿੱਚ ਸੀਡਸ ਦਾ ਡਿਸਪਰਸਲ ਆਪੇ ਹੋ ਜਾਂਦਾ ਉਹਨੂੰ ਅਸੀਂ ਕਹਿੰਦੇ ਆਟੋਕੋਰੀ, ਦੱਸਦੇ ਹਾਂ। ਮਕੈਨੀਕਲ ਡਿਸਪਰਸਲ ਵੀ ਅਸੀਂ ਇਹਨੂੰ ਕਹਿੰਦੇ ਹਾਂ। ਜਿੱਥੇ ਐਕਸਟਰਨਲ ਏਜੰਸੀਜ਼ ਦੀ ਜ਼ਰੂਰਤ ਪਵੇ, ਤੁਹਾਨੂੰ ਪਤਾ ਵਿੰਡ ਵਰਡ ਦੇ ਲਈ ਰਹਿਣਾ ਤਾਂ ਉਹੀ ਹੈ, ਪਰ ਪਿੱਛੇ ਕੋਰੀ ਲੱਗ ਜਾਣਾ। ਜੇਕਰ ਪੋਲਨ ਗ੍ਰੇਨਸ ਦੀ ਹਵਾ ਦੇ ਨਾਲ ਡਿਸਪਰਸਲ ਹੋ ਰਿਹਾ ਸੀ, ਅਸੀਂ ਉਹਨੂੰ ਕਿਹਾ ਸੀ ਐਨੀਮੋਫਿਲੀ, ਓਕੇ, ਠੀਕ ਹੈ। ਸੋ ਇਹ ਹੁਣ ਹਵਾ ਦੇ ਨਾਲ, ਵਿੰਡ ਦੇ ਨਾਲ ਸੀਡਸ ਦਾ ਡਿਸਪਰਸਲ ਹੋ ਰਿਹਾ, ਇਸ ਕਰਕੇ ਅਸੀਂ ਕਹਿੰਦੇ ਹਾਂ ਐਨੀਮੋਕੋਰੀ, ਠੀਕ ਹੈ। ਪਾਣੀ ਦੇ ਨਾਲ ਡਿਸਪਰਸਲ ਹੋ ਰਿਹਾ ਸੀਡਸ ਦਾ, ਠੀਕ ਹੈ। ਸੋ ਹਾਈਡਰੋਕੋਰੀ, ਓਕੇ। ਐਨੀਮਲਸ ਜਾਂ ਫਿਰ ਜਿਹੜੇ ਹਿਊਮਨ ਬੀਇੰਗਸ ਹੈਗੇ ਆ, ਠੀਕ ਹੈ ਨਾ, ਸੋ ਉਹਦੇ ਕਰਕੇ ਹੋ ਰਿਹਾ ਡਿਸਪਰਸਲ ਸੀਡਸ ਦਾ, ਅਸੀਂ ਇਹਨੂੰ ਕਹਿੰਦੇ ਹਾਂ ਯੂਓਕੋਰੀ, ਓਕੇ, ਠੀਕ ਹੈ। ਸੋ ਆਟੋਕੋਰੀ ਮਤਲਬ ਕਿ ਵੀ ਫਰੂਟ ਇੰਨਾ ਕੁ ਡਰਾਈ ਹੋ ਜਾਂਦਾ, ਠੀਕ ਹੈ। ਸੋ ਉਹਦੇ ਵਿੱਚੋਂ ਦੀ ਆਪਣੇ ਆਪ ਹੀ ਸੀਡਸ ਜਿਹੜੇ ਆ ਉਹ ਬਾਹਰ ਨਿਕਲ ਜਾਂਦੇ, ਜਿਵੇਂ ਕਿ ਤੁਸੀਂ ਮਟਰ ਦੀ ਫਲੀ ਦੇ ਵਿੱਚ ਵੀ ਦੇਖਿਆ ਹੋਣਾ, ਕਈ ਵਾਰੀ ਮਟਰ ਦੀ ਫਲੀ ਸੁੱਕ ਜਾਂਦੀ ਹੈ, ਠੀਕ ਹੈ। ਸੋ ਆਪਣੇ ਆਪ ਹੀ ਖੁੱਲ੍ਹ ਜਾਂਦੀ ਹੈ ਨਾ। ਸੋ ਉਹਦੇ ਵਿੱਚੋਂ ਦੀ ਸੀਡਸ ਬਾਹਰ ਨਿਕਲ ਆਉਂਦੇ ਆ, ਠੀਕ ਹੈ। ਵਾਲਵਸ ਜਿਹੜੇ ਦੋ ਵਾਲਵਸ ਦੇ ਵਿੱਚ ਬ੍ਰੇਕ ਕਰ ਜਾਂਦੇ ਆ ਫਰੂਟ ਜਿਹੜਾ ਹੈਗਾ, ਅਤੇ ਉਹਦੇ ਵਿੱਚੋਂ ਦੀ ਸੀਡਸ ਬਾਹਰ ਨਿਕਲ ਆਉਂਦੇ ਆ, ਬਰਸਟ ਕਰ ਜਾਂਦੇ ਆ, ਹੈ ਨਾ। ਸੋ ਦੂਰ ਦੂਰ ਤੱਕ ਸੀਡਸ ਜਿਹੜੇ ਆ ਖਿਲਰ ਜਾਂਦੇ ਆ ਆਪਣੇ ਆਪ ਹੀ। ਸੋ ਮਕੈਨੀਕਲ ਡਿਸਪਰਸਲ ਹੈਗਾ ਅਨੀਮੋਕੋਰੀ ਹਵਾ ਦੇ ਨਾਲ, ਠੀਕ ਹੈ। ਜਿੰਨਾ ਸੀਡਸ ਦਾ ਡਿਸਪਰਸਲ ਹੋ ਰਿਹਾ, ਸੋ ਬੱਚੇ ਨੈਚੁਰਲੀ ਲਾਈਟ ਵੇਟ ਹੋਣੇ ਚਾਹੀਦੇ ਆ, ਬਹੁਤ ਹੀ ਛੋਟੇ ਛੋਟੇ ਹੋਣੇ ਚਾਹੀਦੇ ਆ। ਉਸ ਸੀਡਸ ਜਿਹੜੇ ਆ ਹਵਾ ਉਹਨਾਂ ਨੂੰ ਦੂਰ ਦੂਰ ਲੈ ਜਾਏਗੀ। ਜਿਵੇਂ ਔਰਚਿਡ ਪਲਾਂਟਸ ਹੁੰਦੇ ਆ ਨਾ, ਸੋ ਉਹਨਾਂ ਦੇ ਸੀਡਸ ਬਹੁਤ ਹੀ ਹਲਕੇ ਹੁੰਦੇ ਆ, ਵੇਟ ਉਹਨਾਂ ਦਾ ਬਹੁਤ ਹੀ ਘੱਟ ਹੁੰਦਾ, 1000 ਕਿਲੋਮੀਟਰ ਤੱਕ ਜਾ ਸਕਦੇ ਹਲਕੀ ਜੀ ਹਵਾ ਦੇ ਨਾਲ ਹੀ, ਹੈ ਨਾ। ਵਿੰਗਡ ਸੀਡਸ ਹੈਗੇ ਆ, ਠੀਕ ਹੈ। ਸੋ ਇਹ ਤੁਹਾਨੂੰ ਇੱਥੇ ਬਹੁਤ ਸਾਰੇ ਸੀਡਸ ਦਿਖਾਏ ਹੋਏ ਆ ਕਿ ਸੋ ਦੇਖੋ ਇਹਨਾਂ ਦੇ ਵਿੱਚ ਵਿੰਗ ਲਾਈਕ ਸਟਰਕਚਰ ਸਾਫ਼ ਲੱਗਦਾ ਪਿਆ ਕਿ ਵਿੰਗਸ ਹੈ, ਕਿਤੇ ਕਿਤੇ ਜਿਹੜੇ ਆ ਹੇਅਰ ਲਾਈਕ ਸਟਰਕਚਰਸ ਪ੍ਰੈਜ਼ੈਂਟ ਹੈਗੇ ਆ, ਹੈ ਨਾ, ਠੀਕ ਹੈ। ਸੋ ਵਾਲਾਂ ਵਰਗੇ ਸਟਰਕਚਰ ਪ੍ਰੈਜ਼ੈਂਟ ਹੈਗੇ ਆ, ਠੀਕ ਹੈ। ਸੋ ਕਿਤੇ ਜਿਹੜੇ ਸੀਡਸ ਹੈਗੇ ਆ ਉਹ ਪੇਪਸ ਹੈ, ਉਹਨਾਂ ਦੇ ਵਿੱਚ ਜਿਹੜੀ ਕੈਲਿਕਸ ਸੀਗੀ ਨਾ, ਠੀਕ ਹੈ, ਪਰਸਿਸਟ ਕੀਤੀ ਅਤੇ ਉਹੀ ਮੋਡੀਫਾਈ ਹੋਏ ਫੁੱਲਾਂ ਦੀ ਜਿਹੜੀ ਕੈਲਿਕਸ ਪੋਰਸ਼ਨ ਸੀਗਾ, ਹੈ ਨਾ। ਸੋ ਪਾਰਟਸ ਤਾਂ ਫੁੱਲ ਦੇ ਵਿੱਚ ਆਉਣਾ ਹੀ ਹੈ, ਠੀਕ ਹੈ। ਸੋ ਉਹ ਪਰਸਿਸਟ ਕੀਤਾ
ਉਹੀ ਹੈ ਨਾ ਖੁੱਲ੍ਹਾ ਜਿਹਾ ਇੱਕ ਸਟਰਕਚਰ ਬਣ ਗਿਆ, ਪੇਪਰਸ ਲਾਈਕ ਬਣ ਗਿਆ ਹੈ ਨਾ, ਠੀਕ ਹੈ। ਸੋ ਜਿਹਦੇ ਕਰਕੇ ਕਿ ਇਹ ਦੂਰ ਦੂਰ ਤੱਕ ਸੀਡਸ ਜਾ ਸਕਦੇ ਆ, ਠੀਕ ਹੈ। ਸੋ ਇਸ ਕਰਕੇ ਲਾਈਟ ਵੇਟ ਮਨਿਊਟ ਸੀਡਸ, ਵਿੰਗਡ ਸੀਡਸ ਐਂਡ ਫਰੂਟਸ ਹੈ, ਪੈਰਾਸ਼ੂਟ ਹੈ, ਠੀਕ ਹੈ। ਸੋ ਦੋਨੋਂ ਪੈਰਾਸ਼ੂਟ ਹੈ ਇੱਥੇ, ਲਾਈਕ ਪੇਪਰਸ ਜਿਹਦੇ 'ਚ ਮੈਂ ਤੁਹਾਨੂੰ ਦੱਸਿਆ ਕਿ ਕੈਲਿਕਸ ਮੋਡੀਫਾਈ ਹੋ ਜਾਂਦੀਆਂ ਅਤੇ ਪਰਸਿਸਟ ਕਰਦੀਆਂ, ਮੋਡੀਫਾਈ ਹੋ ਜਾਂਦੀਆਂ ਹੈ ਨਾ, ਪੇਪਰਸ ਵਰਗੀਆਂ ਹੋ ਜਾਂਦੀਆਂ ਕਿ ਆਸਾਨੀ ਦੇ ਨਾਲ ਸੀਡਸ ਜਾਂ ਫਰੂਟਸ ਜਿਹੜਾ ਦੂਰ ਦੂਰ ਤੱਕ ਜਾ ਸਕਦੇ ਆ ਨਾ, ਠੀਕ ਹੈ। ਪੈਰਾਸ਼ੂਟ ਲਾਈਕ ਕੋਮਾ, ਮਤਲਬ ਇਹਨਾਂ ਦੇ ਕੋਲ ਵਾਲਾਂ ਵਰਗੇ ਸਟਰਕਚਰ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ। ਸੋ ਆਹ ਪੇਪਰਸ ਦੀ ਡਾਇਗਰਾਮ ਹੈਗੀ ਆ ਅਤੇ ਇਹ ਕੋਮਾ ਦੀ ਸਟਰਕਚਰ ਹੈਗੀ ਆ, ਵਾਲਾਂ ਵਰਗੇ ਸਟਰਕਚਰ ਪ੍ਰੈਜ਼ੈਂਟ ਹੈਗੇ ਆ ਇੱਥੇ ਫਰੂਟ ਦੇ ਉੱਪਰ ਹੈ ਨਾ। ਸੋ ਸੀਡਸ ਨੂੰ ਦੂਰ ਦੂਰ ਲੈ ਕੇ ਜਾਂਦੇ ਆ। ਇੱਕ ਅੱਗੇ ਤੁਹਾਡੇ ਕੋਲ ਆ ਗਿਆ ਕੁਛ ਪਲਾਂਟਸ ਦੇ ਵਿੱਚ ਕੀ ਹੈ, ਸੈਂਸਰ ਮੈਕੈਨਿਜ਼ਮ ਹੈਗਾ। ਸੋ ਸਮਾਲ ਸਾਈਜ਼ਡ ਸੀਡਸ ਜਿਹੜੇ ਹੈਗੇ ਆ, ਸੋ ਇਹਦੇ 'ਚ ਕੀ ਆ, ਕੈਪਸੂਲ ਫਰੂਟ ਹੈਗਾ ਇਸ ਕੇਸ ਦੇ ਵਿੱਚ, ਛੋਟੇ ਛੋਟੇ ਪੋਰਸ ਪ੍ਰੈਜ਼ੈਂਟ ਹੈ ਇਸ ਫਰੂਟ ਦੇ ਮੂੰਹ ਦੇ ਉੱਤੇ ਕਹਿ ਲਓ ਹੈ ਨਾ, ਸਿਰ ਦੇ ਉੱਪਰ ਕਹਿ ਲਓ, ਠੀਕ ਹੈ। ਇੱਕ ਸਟਿਗਮੈਟਿਕ ਡਿਸਕ ਹੈ। ਸੋ ਇਹਨਾਂ ਪੋਰਸ ਦੇ ਵਿੱਚੋਂ ਦੀ ਸੀਡਸ ਜਿਹੜੇ ਹੈਗੇ ਆ, ਠੀਕ ਹੈ। ਸੋ ਜਦੋਂ ਹਵਾ ਦੇ ਵਿੱਚ ਇਹ ਫਰੂਟ ਬਲੋਨ ਕਰਦਾ ਦੂਰ ਦੂਰ ਤੱਕ ਖਿਲਰ ਜਾਂਦੇ ਆ। ਪੋਪੀ ਪਲਾਂਟ, ਪੈਪਾਵਰ ਸੋਮਨੀਫੇਰਮ ਹੈ ਨਾ, ਪ੍ਰਿਕਲੀ ਪੋਪੀ, ਠੀਕ ਹੈ। ਸੋ ਉਹਨਾਂ ਦੇ ਵਿੱਚ ਇੱਦਾਂ ਦੇ ਇਹਨਾਂ ਪੌਦਿਆਂ ਦੇ ਵਿੱਚ ਫਰੂਟਸ ਹੁੰਦੇ ਆ, ਠੀਕ ਹੈ। ਸੋ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਸੈਂਸਰ ਮੈਕੈਨਿਜ਼ਮ ਹੈ ਨਾ। ਸੋ ਜਿੱਦਾਂ ਹੀ ਹਵਾ ਚੱਲੀ ਤਾਂ ਫਰੂਟ ਦੇ ਵਿੱਚੋਂ ਦੀ ਸੀਡਸ ਬਾਹਰ ਨਿਕਲ ਗਏ। ਬੈਲੂਨ ਲਾਈਕ ਅਪੈਂਡੇਜਿਸ ਹੈ ਨਾ। ਸੋ ਕੁਛ ਜਿਹੜੇ ਫਰੂਟਸ ਹੁੰਦੇ ਆ ਬੈਲੂਨ ਵਰਗੇ ਹੋ ਜਾਂਦੇ ਆ, ਮੋਟੇ ਮੋਟੇ ਸਟਰਕਚਰ ਪ੍ਰੈਜ਼ੈਂਟ ਹੋ ਜਾਂਦੇ। ਕੁਛ ਫਲਾਵਰ ਪਾਰਟਸ ਜਿਹੜੇ ਹੈਗੇ ਆ ਮੋਟੇ ਹੋ ਜਾਂਦੇ ਆ, ਜਿਹੜੇ ਉਹਦੇ ਨਾਲ ਕੀ ਹੈ ਫਰੂਟ ਹਵਾ ਦੇ ਵਿੱਚ ਫਲੋਟ ਕਰਨਾ ਸ਼ੁਰੂ ਹੋ ਜਾਂਦਾ, ਹਲਕਾ ਹੋ ਜਾਂਦਾ ਨਾ, ਠੀਕ ਹੈ। ਅਤੇ ਦੂਰ ਦੂਰ ਤੱਕ ਚਲੇ ਜਾਂਦੇ ਆ ਹੈ ਨਾ। ਸੋ ਜਿਸ ਤਰੀਕੇ ਦੇ ਨਾਲ ਤੁਹਾਡੇ ਕੋਲ ਦੱਸਿਆ ਕਿ ਕੋਈ ਵੀ ਪਾਰਟ ਜਿਹੜਾ ਹੈਗਾ ਇਨਫਲੇਟਡ ਹੋ ਸਕਦਾ ਹੈ ਨਾ। ਕੈਲਿਕਸ ਜਿਹੜੀਆਂ ਹੈਗੀਆਂ ਨੇ ਪਰਸਿਸਟ ਕੀਤੀਆਂ ਸੀਗੀਆਂ, ਉਹ ਮੋਟੀਆਂ ਮੋਟੀਆਂ ਹੋ ਗਈਆਂ। ਓਵਰੀ ਜਿਹੜੀ ਹੈਗੀ ਉਹ ਥੋੜ੍ਹੀ ਜ਼ਿਆਦਾ ਹੀ ਸਵੂਲਨ ਹੋ ਗਈ ਹੈ, ਓਕੇ। ਰੋਲਿੰਗ ਮੈਕੈਨਿਜ਼ਮ ਹੈਗਾ। ਕੁਛ ਐਨੂਅਲ ਪਲਾਂਟਸ ਜਿਹੜੇ ਹੈ ਉਹਨਾਂ ਦੇ ਵਿੱਚ ਕੀ ਹੋ ਜਾਂਦਾ ਕਿ ਜਦੋਂ ਨਾ ਉਹਨਾਂ ਦੇ ਉੱਪਰ ਸੀਡਸ ਲੱਗ ਜਾਂਦੇ, ਫਰੂਟ ਬਣ ਜਾਂਦਾ, ਸੀਡਸ ਬਣ ਜਾਂਦੇ ਉਹਨਾਂ ਦੇ ਅੰਦਰ, ਤਾਂ ਫਿਰ ਉਹ ਕੀ ਹਵਾਵਾਂ ਜਿਹੜੀਆਂ ਹੈਗੀਆਂ ਉਹਨਾਂ ਪਲਾਂਟਾਂ ਨੂੰ ਅਪਰੂਟ ਕਰ ਦਿੰਦੀਆਂ, ਉੱਥੋਂ ਦੀ ਉਖਾੜ ਦਿੰਦੀਆਂ ਹੈ ਨਾ, ਠੀਕ ਹੈ। ਸੋ ਉਹ ਪਲਾਂਟ ਜਦੋਂ ਧਰਤੀ ਦੇ ਉੱਤੇ ਗਿਰ ਪੈਂਦੇ ਆ ਹੈ ਨਾ, ਸੁੱਕ ਜਾਂਦੇ ਆ, ਠੀਕ ਹੈ। ਸੋ ਉਹਨਾਂ ਦੇ ਵਿੱਚੋਂ ਦੀ ਸੀਡਸ ਦੂਰ ਦੂਰ ਤੱਕ ਚਲੇ ਜਾਂਦੇ ਆ। ਇਹਨਾਂ ਨੂੰ ਅਸੀਂ ਟੰਬਲ ਵੀਡਸ ਵੀ ਕਹਿੰਦੇ ਹਾਂ। ਹਾਈਡਰੋਫਿਲੀ, ਨਾਮ ਤੋਂ ਪਤਾ ਲੱਗਦਾ ਕਿ ਪਾਣੀ ਜਿਹੜਾ ਹੈਗਾ, ਠੀਕ ਹੈ। ਸੋ ਉਹ ਦੂਰ ਦੂਰ ਤੱਕ ਸੀਡਸ ਨੂੰ, ਫਰੂਟਸ ਨੂੰ ਲੈ ਕੇ ਜਾ ਰਹੇ ਆ ਨਾ। ਪਾਣੀ ਦੇ ਵਿੱਚ ਵੀ ਤਾਂ ਪੌਦੇ ਹੁੰਦੇ ਆ। ਸੋ ਇਹਦੇ ਵਿੱਚ ਕੋਕੋਨਟ ਆ ਜਾਂਦਾ, ਠੀਕ ਹੈ। ਦਾ ਦੇਖੋ ਡਬਲ ਕੋਕੋਨਟ ਪਲਾਂਟ, ਠੀਕ ਹੈ। ਸੋ ਕੋਕੋਨਟ ਜਿਹੜਾ ਹੈਗਾ ਉਹਦੇ ਫਰੂਟਸ ਜਿਹੜੇ ਆ, ਇਹਨਾਂ ਦੀ ਮੀਜ਼ੋਕਾਰਪ ਬਹੁਤ ਜ਼ਿਆਦਾ ਫਾਈਬਰਸ ਹੁੰਦੀ ਹੈ। ਮੈਂ ਨਹੀਂ ਹੁਣ ਦੱਸਣਾ ਐਪੀਕਾਰਪ, ਮੀਜ਼ੋਕਾਰਪ ਮੈਂ ਤੁਹਾਨੂੰ ਦੱਸਿਆ ਹੋਇਆ। ਉਹਨਾਂ ਦੇ ਅੰਦਰ ਏਅਰ ਸਪੇਸਿਸ ਪ੍ਰੈਜ਼ੈਂਟ ਹੁੰਦੀਆਂ ਨੇ ਮੀਜ਼ੋਕਾਰਪ ਦੇ ਅੰਦਰ, ਜਿਹਦੇ ਕਰਕੇ ਕਿ ਆਸਾਨੀ ਦੇ ਨਾਲ ਪਾਣੀ ਦੇ ਉੱਤੇ ਫਲੋਟ ਕਰਦੇ ਰਹਿੰਦੇ। ਲੋਟਸ ਪਲਾਂਟ ਜਿਹੜਾ ਹੈਗਾ ਉਹਦੇ ਸੀਡਸ ਜਿਹੜੇ ਹੈਗੇ ਆ, ਆਹ ਲੋਟਸ ਪਲਾਂਟ, ਆਹ ਥੈਲਮਸ, ਉਹਦਾ ਕਿੰਨਾ ਮੋਟਾ ਦੇਖੋ ਫੁੱਲ ਦਾ ਥੈਲਮਸ ਹੈਗਾ, ਨਹੀਂ ਤਾਂ ਬਾਕੀ ਫੁੱਲਾਂ ਦੇ ਵਿੱਚ ਬਹੁਤ ਛੋਟਾ ਹੁੰਦਾ। ਲੋਟਸ ਪਲਾਂਟ ਦੇ ਵਿੱਚ ਕਿੰਨਾ ਮੋਟਾ ਥੈਲਮਸ ਹੈਗਾ ਕਿ ਉਹਦੇ ਵਿੱਚ ਜਿਹੜੇ ਸੀਡਸ ਜਿਹੜੇ ਹੈਗੇ ਆ, ਐਕਨੀ ਟਾਈਪ ਦੇ ਵਿੱਚ ਫਰੂਟਸ ਹੈਗੇ ਆ, ਉਹਦੇ 'ਚ ਸੀਡਸ ਜਿਹੜੇ ਆ ਥੈਲਮਸ ਦੇ ਅੰਦਰ ਧਸੇ ਹੋਏ ਆ, ਠੀਕ ਹੈ ਨਾ। ਸੋ ਉਹਦੇ ਅੰਦਰ ਪਏ ਉਹ ਤੇ ਵਾਟਰ ਦੇ ਵਿੱਚ ਫਲੋਟ ਕਰਦਾ ਪਿਆ। ਪਾਣੀ ਦੇ ਕਰੰਟਸ ਜਿਹੜੇ ਆ ਇਹਨਾਂ ਫਰੂਟਸ ਨੂੰ ਦੂਰ ਦੂਰ ਲੈ ਜਾਂਦੇ ਆ ਹੈ ਨਾ। ਇਸੇ ਤਰੀਕੇ ਦੇ ਨਾਲ ਲਿਲੀ ਪਲਾਂਟ ਹੈ, ਉਹਦੇ ਸੀਡਸ ਬੜੇ ਲਾਈਟ ਹੁੰਦੇ ਆ, ਸਮਾਲ ਹੁੰਦੇ ਆ। ਹਰ ਇੱਕ ਫਰੂਟ ਦੀ ਕੋਈ ਨਾ ਕੋਈ ਖਾਸੀਅਤ ਹੈਗੀ। ਇਹਨਾਂ ਦੇ ਕੋਲ ਵੀ ਹਵਾ ਦੇ ਨਾਲ ਭਰੀਆਂ ਹੋਈਆਂ, ਇਹਨਾਂ ਦੇ ਅੰਦਰ ਸਪੇਸਿਸ ਹੁੰਦੀਆਂ ਨੇ, ਠੀਕ ਹੈ, ਜਿਹਦੇ ਕਰਕੇ ਕਿ ਪਾਣੀ 'ਚ ਫਲੋਟ ਕਰਦਾ ਰਹਿੰਦਾ। ਲਿਲੀ ਪਲਾਂਟ ਦਾ ਫਰੂਟ ਵੀ ਯੂਓ ਕੋਰੀ, ਨੇਮ ਤੋਂ ਪਤਾ ਲੱਗਦਾ ਵੀ ਯੂਓ ਸ਼ਬਦ ਐਨੀਮਲ ਦੇ ਲਈ ਯੂਜ਼ ਕੀਤਾ ਜਾਂਦਾ ਨਾ, ਪਰ ਇਹਦੇ ਵਿੱਚ ਹਿਊਮਨ ਬੀਇੰਗਸ ਵੀ ਆ ਜਾਣੇ ਆ। ਐਨੀਮਲਸ ਜਾਂ ਹਿਊਮਨ ਬੀਇੰਗਸ ਵੀ ਦੂਰ ਦੂਰ ਤੱਕ ਸੀਡਸ ਨੂੰ ਲੈ ਕੇ ਜਾ ਸਕਦੇ ਆ, ਠੀਕ ਹੈ। ਸੋ ਜਿਸ ਤਰ੍ਹਾਂ ਉਹਨਾਂ ਦੇ ਕੱਪੜਿਆਂ ਦੇ ਨਾਲ ਬਹੁਤ ਸਾਰੇ ਸੀਡਸ ਲੱਗ ਜਾਂਦੇ, ਤਾਂ ਨੈਚੁਰਲੀ ਸੀਡਸ ਕੀ ਹੋਣਗੇ, ਇੱਦਾਂ ਦੇ ਹੁੱਕਡ ਹੋਣਗੇ, ਉਹਨਾਂ ਦੇ ਕੋਲ ਇੱਦਾਂ ਦੇ ਸਟਰਕਚਰਸ ਪ੍ਰੈਜ਼ੈਂਟ ਹੋਣਗੇ, ਸਪਾਈਨਸ ਹੋਣਗੇ ਇੱਦਾਂ ਦੇ ਸੀਡਸ ਦੇ, ਠੀਕ ਹੈ, ਜਿਹੜੇ ਕਿ ਤੁਹਾਡੇ ਕੱਪੜਿਆਂ ਦੇ ਨਾਲ ਆਸਾਨੀ ਦੇ ਨਾਲ ਲੱਗ ਜਾਂਦੇ ਆ। ਹੁਣ ਜਾਨਵਰ ਵੀ ਫਰੂਟ ਖਾਂਦੇ ਆ, ਲਾਰਜ ਫਰੂਟ ਹੈ ਤਾਂ ਉਹਦੇ ਵਿੱਚ ਬੜੇ ਸਾਰੇ ਸੀਡ ਤਾਂ ਥੱਲੇ ਹੀ ਗਿਰ ਜਾਂਦੇ ਆ, ਠੀਕ ਹੈ। ਤਾਂ ਕਰਕੇ ਵੀ ਐਨੀਮਲ ਨੇ ਇੱਕ ਤਰ੍ਹਾਂ ਦਾ ਸੀਡਸ ਨੂੰ ਫੈਲਾ ਦਿੱਤਾ। ਅੱਛਾ, ਫਿਰ ਜਾਨਵਰ ਕਈ ਵਾਰੀ ਸੀਡਸ ਫਰੂਟ ਨੂੰ ਖਾਂਦਾ, ਪਰ ਸੀਡ ਜਿਹੜੇ ਹੈਗੇ ਆ ਉਹ ਚੰਗੇ ਤਰੀਕੇ ਨਾਲ ਮਤਲਬ ਇਹ ਨਹੀਂ ਕਿ ਚੂਰਾ ਪੂਰਾ ਹੋ ਜਾਣਗੇ ਉਹਦੇ ਡਾਈਜੈਸਟਿਵ ਸਿਸਟਮ ਦੇ ਅੰਦਰ ਜਾ ਕੇ ਹੈ ਨਾ, ਉਹ ਉਹਦੀ ਵੇਸਟ ਦੇ ਵਿੱਚ ਐਕਸਕ੍ਰੀਟਾ ਦੇ ਵਿੱਚ ਨਿਕਲ ਆਉਣਗੇ। ਜਿੱਥੇ ਵੀ ਉਹ ਜਾਨਵਰ ਦੀ ਵੇਸਟ ਗਿਰੇਗੀ ਉੱਥੇ ਦੇਖਿਓ ਵੇਸਟ ਦੇ ਵਿੱਚੋਂ ਦੀ ਕਈ ਵਾਰ ਤੁਸੀਂ ਦੇਖਣਾ ਕਿ ਤੁਸੀਂ ਦੇਖਿਆ ਹੋਣਾ ਕਿ ਗੋਇਆ ਪਿਆ ਹੁੰਦਾ ਨਾ, ਮੱਝ ਦਾ ਜਿਹੜਾ ਵੇਸਟ ਹੁੰਦੀ ਹੈ ਉਹਦੇ ਵਿੱਚੋਂ ਵੀ ਪਲਾਂਟ ਨਿਕਲਿਆ ਹੁੰਦਾ। ਉਹਦਾ ਕਾਰਨ ਇਹੀ ਹੈ ਕਿਉਂਕਿ ਜਾਨਵਰ ਨੇ ਕੋਈ ਪੌਦਾ ਖਾਧਾ ਹੋਏਗਾ, ਕੋਈ ਫਰੂਟ ਖਾਧਾ ਹੋਏਗਾ, ਪਰ ਉਹਦੇ ਜਿਹੜੇ ਸੀਡਸ ਸੀਗੇ ਉਹ ਉਹਦੀ ਵੇਸਟ 'ਚ ਨਿਕਲ ਗਏ। ਹਿਊਮਨ ਬੀਇੰਗਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾਂਦੇ ਰਹਿੰਦੇ ਆ, ਪੌਦਿਆਂ ਨੂੰ ਲੈ ਕੇ ਜਾਂਦੇ। ਅਸੀਂ ਔਰਨਾਮੈਂਟਲ ਪਲਾਂਟਸ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਂਦੇ ਹਾਂ ਹੈ ਨਾ, ਇਕੋਨੋਮਿਕਲੀ ਇੰਪੋਰਟੈਂਟ ਪਲਾਂਟਸ ਅਸੀਂ ਉਗਾਉਂਦੇ ਹਾਂ, ਠੀਕ ਹੈ। ਸੋ ਅਸੀਂ ਵੀ ਸੀਡਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾ ਰਹੇ ਹਾਂ। ਪੋਟੈਟੋ, ਮੇਜ, ਟੋਬੈਕੋ ਪਲਾਂਟਸ ਹੈ ਨਾ। ਅਨਵਾਂਟਡ ਵੀਡਸ ਜਿਹੜੀਆਂ ਹੈਗੀਆਂ ਨੇ, ਅਸੀਂ ਗ੍ਰੇਨਸ ਜਿਹੜੇ ਸੀਗੇ ਕਿ ਬਾਹਰੋਂ ਦੀ ਮੰਗਵਾਏ, ਮੰਨ ਲਓ ਕੋਈ ਵੀ ਦਾਣੇ ਹੈ ਨਾ ਖਾਣ ਦੇ ਲਈ ਗ੍ਰੇਨਸ, ਉਹਨਾਂ ਦੇ ਨਾਲ ਵੀਡਸ ਜਿਹੜੀਆਂ ਹੈਗੀਆਂ ਨੇ ਸਾਡੇ ਦੇਸ਼ ਦੇ ਵਿੱਚ ਆ ਚੁੱਕੀਆਂ ਨੇ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਸੀਡ ਅਤੇ ਫਰੂਟਸ ਦਾ ਡਿਸਪਰਸਲ ਹੋ ਗਿਆ। ਇੱਥੇ ਤੱਕ ਤੁਸੀਂ ਵੀਡੀਓ ਨੂੰ